ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। मैं मूर्ख की केतक बात है, कोट पराधी तरिया रे। गुर नानक जिन सुनिया पेखिया, से फिर गर्भास न परिया रे। तेरा अंत न जाई लखिया, अकथ न जाई हर कथिया। नानक जिन को सतगुर मिलिया, तिनका लेखा निबड़िया। नानक जिन को सतगुर मिलिया, तिनका लेखा निबड़िया। सतनाम श्री वाहिगुरु साहिब जी। श्लोक महला पंजवा। सोए सुनंदड़ी मेरा तन मन मौला, नाम जपंदड़ी लली। पंद जलंदड़ी मेरा अंदर ठंडा, गौरव दर्शन देख निहाली। सोए सुनंदड़ी मेरा तन मन मौला, नाम जपंदड़ी लाली। पंद जलंदड़ी मेरा अंदर ठंडा, गुर दर्शन देख निहाली। वाहिगुरु जी का खालसा, वाहिगुरु जी की फतेह। जाहर जहूर हाजर हजूर सर्व कला भरपूर, दसां पातशाहियां दी जोत। धन श्री गुरु ग्रंथ साहिब जी महाराज, सतगुरां दी महान किरपा रहमत दा सदका, जगत गुरु जाहर पीर जगत गुरु बाबा धन धन श्री गुरु नानक देव साहिब जी महाराज, सतगुरां दे पावन पवित्र अस्थान गुरुद्वारा श्री बेर साहिब जी विखे अमृत वेले तो सजे हुए सुंदर दीवान, सतगुरां दे दर घर दी मर्यादा अनुसार पंज बाणियां दा नितनेम होया। आसा की वार दा संपूर्ण कीर्तन गुरु महाराज साहब जी की पावन हजूरी अंदर सतगुरां दी दया दृष्टि का सदका होया है। गुरसिख संगतां ने अमृत वेले तो हाजरियां भरियां, महाराज साहब जी के अमृतमयी दर्शन किए। वड्डियां भागां दा सदका, सतगुरां दी किरपा दा सदका, सत संगत दियां अमोलक वडभागियां घड़ियां प्राप्त हो रही हैं। लड़ीवार रूप विच अज दा जो पावन उपदेश सतगुरु जी बख्शिश कर रहे हैं, 964 ਅਤੇ 65 अंग ते रामकली राग दी दूसरी वार 17वीं पौड़ी श्लोकां दे सहित सतगुरु जी बख्शिश कर रहे हैं। जिमें महाराज पंचम पातशाह
ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਸ਼ਲੋਕ ਉਚਾਰਨ ਕਰਦੇ ਹਨ, ਜਿਨ੍ਹਾਂ ਸਤਿਗੁਰਾਂ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਕਿਰਪਾ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਔਰ 30 ਰਾਗਾਂ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਹੈ। ਜੋ ਰਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ, ਇਸੇ ਤਰ੍ਹਾਂ ਰਾਗਾਂ ਤੋਂ ਇਲਾਵਾ ਵੀ ਗੁਰੂ ਸਾਹਿਬ ਜੀ ਦੀ ਬਾਣੀ ਹੈ। ਤੋ ਬੇਅੰਤ ਬਾਣੀ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਹੀ ਆਪਣੇ ਨਾਨਾ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸੋਂ ਵਰਦਾਨ ਪ੍ਰਾਪਤ ਹੋਇਆ। ਦੋਹਿਤਾ ਬਾਣੀ ਕਾ ਬੋਹਿਤਾ, ਕਿ ਸਾਡਾ ਦੋਹਿਤਾ ਇਹ ਬਾਣੀ ਦਾ ਜਹਾਜ਼ ਰਚੇਗਾ। ਫਿਰ ਸਮੇਂ ਦੇ ਨਾਲ ਜਦੋਂ ਗੁਰਤਾ ਗੱਦੀ ਦੇ ਮਾਲਕ ਬਣੇ, ਆਪ ਜੀ ਨੇ ਬੇਅੰਤ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਵੱਧ ਬਾਣੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੀ ਅੰਕਿਤ ਹੈ। ਆਪ ਜੀ ਨੇ ਜਿੱਥੇ ਸਰੋਵਰ ਸਾਹਿਬਾਂ ਦੀ ਰਚਨਾ ਕਰਵਾਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ, ਉੱਥੇ ਸਾਰੀ ਬਾਣੀ ਮਹਾਰਾਜ ਸਾਹਿਬ ਜੀ ਨੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ। ਤੋ ਬੇਅੰਤੀ ਪਰਉਪਕਾਰ ਆਪ ਜੀ ਨੇ ਸਾਡੇ ਜੀਵਾਂ ਦੇ ਉੱਤੇ ਕੀਤੇ, ਬੇਅੰਤ ਬਖਸ਼ਿਸ਼ਾਂ ਕੀਤੀਆਂ। ਐਸੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਹਨ। ਸੋਏ ਸੁਨੰਦਰੀ ਮੇਰਾ ਤਨ ਮਨ ਮਰਲਾ। हे ਪ੍ਰਭੂ, ਆਪ ਜੀ ਦੀ ਸੋਭਾ ਸੁਣਦਿਆਂ ਮੇਰਾ ਤਨ ਅਤੇ ਮਨ ਮੌਲ ਜਾਂਦਾ ਹੈ। ਮੇਰਾ ਤਨ ਮਨ ਪ੍ਰਫੁੱਲਤ ਹੋ ਜਾਂਦਾ ਹੈ, ਖੇੜੇ ਦੇ ਸਹਿਤ ਹੋ ਜਾਂਦਾ ਹੈ। ਜਿਵੇਂ ਬਨਸਪਤੀ ਬਸੰਤ ਰੁੱਤ ਦੇ ਵਿੱਚ ਮੌਲਦੀ ਹੈ, ਜਦੋਂ ਬਸੰਤ ਰੁੱਤ ਆਉਂਦੀ ਹੈ ਸਾਰੇ ਦਰਖਤਾਂ ਦੇ ਉੱਤੇ ਨਵੇਂ ਪੱਤੇ ਨਿਕਲਦੇ ਹਨ, ਨਵੀਆਂ ਕੁਰੰਬਲੀਆਂ ਨਿਕਲਦੀਆਂ, ਸਭ ਪਾਸੇ ਨਵੀਨਤਾ ਹੁੰਦੀ ਹੈ। ਚੇਤ ਮਹੀਨੇ ਦੇ ਵਿੱਚ, ਚੇਤ ਅਤੇ ਵੈਸਾਖ ਦੇ ਵਿੱਚ ਨਵੇਂ ਨਵੇਂ ਪੱਤੇ ਹੁੰਦੇ ਹਨ। ਜਿਸ ਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਵੀ ਕੀਤਾ, ਔਰ ਸਭ ਪਾਸੇ ਹਰਿਆਵਲਤਾ। ਜਿਵੇਂ ਮੀਂਹ ਪੈਣ ਦੇ ਨਾਲ ਬਨਸਪਤੀ ਮੌਲਦੀ ਹੈ, ਖੇੜੇ ਦੇ ਸਹਿਤ ਹੁੰਦੀ ਹੈ। ਮੌਲੀ ਧਰਤੀ, ਮੌਲਿਆ ਆਕਾਸ਼। ਜਿਵੇਂ ਧਰਤੀ ਤੇ ਬਨਸਪਤੀ ਪ੍ਰਫੁੱਲਤ ਹੋਈ ਹੈ, ਇਸੇ ਪ੍ਰਕਾਰ ਘਟ ਘਟ ਮੌਲਿਆ ਆਤਮ ਪ੍ਰਗਾਸ। ਪ੍ਰਭੂ ਆਪ ਜੀ ਦੀ ਸੋਭਾ ਸੁਣਦਿਆਂ ਮੇਰਾ ਤਨ ਵੀ ਖਿੜ ਜਾਂਦਾ ਹੈ, ਮੇਰਾ ਮਨ ਵੀ ਖਿੜ ਜਾਂਦਾ ਹੈ। ਆਪ ਜੀ ਦੀ ਸੋਭਾ ਨੂੰ ਸੁਣ ਕਰਕੇ ਮੇਰਾ ਤਨ ਤੇ ਮਨ ਮੌਲ ਗਿਆ, ਤਨ ਤੇ ਮਨ ਪ੍ਰਫੁੱਲਤ ਹੋ ਗਿਆ। ਜਿਵੇਂ ਦਰਖਤਾਂ ਦੇ ਉੱਤੇ, ਬਨਸਪਤੀ ਉੱਤੇ ਨਵੇਂ ਪੱਤੇ ਨਿਕਲਦੇ ਆ, ਨਵੀਆਂ ਕੁਰੰਬਲੀਆਂ ਨਿਕਲਦੀਆਂ, ਉਸ ਨੂੰ ਮੌਲਣਾ ਕਹਿੰਦੇ ਹਨ। ਜੋ ਨਵੀਂ ਬਹਾਰ, ਨਵੀਨਤਾ, ਖੇੜਾ ਹੈ, ਖਿੜ ਰਹੇ ਆ ਫੁੱਲ,
ਨਿਕਲ ਰਹੇ ਆ ਨਵੇਂ ਪੱਤੇ। ਇਸੇ ਤਰ੍ਹਾਂ ਪ੍ਰਭੂ ਦੀ ਸੋਭਾ ਸੁਣ ਕਰਕੇ ਮਹਾਰਾਜ ਕਹਿੰਦੇ ਮੇਰਾ ਤਨ ਮਨ ਮੌਲਾ, ਮੇਰਾ ਤਨ ਵੀ ਤੇ ਮਨ ਵੀ ਖੇੜੇ ਦੇ ਸਹਿਤ ਹੋ ਜਾਂਦਾ। ਇਹ ਪ੍ਰਭੂ ਪਿਆਰਿਆਂ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਭਗਤੀ ਕਰਨ ਵਾਲਿਆਂ ਨੂੰ ਉਹਨਾਂ ਦਾ ਤਨ ਵੀ ਵਿਗਾਸ ਦੇ ਸਹਿਤ ਹੋ ਜਾਂਦਾ ਹੈ, ਮਨ ਵੀ ਖੇੜੇ ਦੇ ਸਹਿਤ ਹੋ ਜਾਂਦਾ। ਨਾਨਕ ਭਗਤਾ ਸਦਾ ਵਿਗਾਸ, ਉਹ ਸਦਾ ਦਾ ਖੇੜਾ ਉਹਨਾਂ ਨੂੰ ਪ੍ਰਾਪਤ ਹੁੰਦਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪ੍ਰਭੂ ਦੀ ਸੋਭਾ ਸੁਣ ਕੇ, ਨਾਮ ਨੂੰ ਸੁਣ ਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਤਨ ਤੇ ਮਨ ਖੇੜ ਆਉਂਦਾ। ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਇਹ ਸ਼ੁਭ ਗੁਣਾਂ ਦੀਆਂ ਪੰਖੜੀਆਂ ਨਿਕਲ ਆਉਂਦੀਆਂ ਹਨ। ਹਿਰਦੇ ਦੇ ਵਿੱਚ ਤਰਸ ਪੈਦਾ ਹੁੰਦਾ, ਪ੍ਰਸੰਨਤਾ ਪੈਦਾ ਹੁੰਦੀ ਹੈ, ਹਰ ਇੱਕ ਨਾਲ ਮਿੱਤਰਤਾ ਭਾਵ ਪੈਦਾ ਹੁੰਦਾ ਹੈ। ਇਹ ਸ਼ੁਭ ਗੁਣ ਪ੍ਰਾਪਤ ਹੁੰਦੇ ਹਨ। ਇਹ ਪ੍ਰਭੂ ਆਪ ਜੀ ਦੀ ਸੋਭਾ ਨੂੰ ਸੁਣ ਕਰਕੇ ਮੇਰਾ ਤਨ ਵੀ ਤੇ ਮਨ ਵੀ ਮੌਲ ਗਿਆ ਹੈ, ਖੇੜੇ ਦੇ ਸਹਿਤ ਹੋ ਗਿਆ ਹੈ। ਪ੍ਰਭੂ ਦੀ ਸੋਭਾ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਤੇ ਤਨ ਮਨ ਸੁੱਕਾ ਸੜਿਆ ਰਹਿੰਦਾ, ਮੁਰਝਾਇਆ ਰਹਿੰਦਾ, ਸੋਕੇ ਦੇ ਸਹਿਤ ਰਹਿੰਦਾ। ਪ੍ਰਭੂ ਦੀ ਸੋਭਾ ਹੀ ਤਨ ਤੇ ਮਨ ਨੂੰ ਖਿਡਾਉਣ ਵਾਲੀ ਹੈ, ਤਨ ਤੇ ਮਨ ਨੂੰ ਪ੍ਰਫੁੱਲਤ ਕਰਨ ਵਾਲੀ ਹੈ। ਵਾਹਿਗੁਰੂ ਜੀ ਦੀ ਸੋਭਾ ਸਭ ਤੋਂ ਵੱਡੀ ਹੈ। ਪ੍ਰਭੂ ਜੀ ਦੀ ਸੋਭਾ ਸਰਬ ਵਿਆਪਕ ਹੈ। ਕਿੱਡੀ ਵੱਡੀ ਸੋਭਾ ਹੈ। ਹਰ ਇੱਕ ਪਾਸੇ ਪ੍ਰਭੂ ਦੀ ਸੋਭਾ ਹੋ ਰਹੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਤੁਮਰੀ ਮਹਿਮਾ ਅਪਰਿਅਪਾਰਾ, ਪਰੇ ਤੋਂ ਪਰੇ ਬੇਅੰਤੀ ਸੋਭਾ ਹੈ ਪ੍ਰਭੂ ਦੀ, ਜਿਸ ਦਾ ਕੋਈ ਪਾਰਾਵਾਰ ਹੀ ਨਹੀਂ ਹੈ। ਤੁਮਰੀ ਮਹਿਮਾ ਅਪਰਿਅਪਾਰਾ, ਜਾ ਕਾ ਲਹਿਓ ਨਾ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਇਆਲ ਗਰੀਬ ਨਿਵਾਜਾ। हे ਪ੍ਰਭੂ, ਆਪ ਸਭ ਦੇਵਤਿਆਂ ਤੋਂ ਵੱਡੇ ਹੋ, ਦੇਵਾਨ ਦੇਵ ਹੋ। ਦੇਵਤੇ ਵੀ ਆਪ ਜੀ ਨੂੰ ਨਮਸਕਾਰਾਂ ਕਰਦੇ, ਦੇਵਤੇ ਵੀ ਆਪ ਜੀ ਅੱਗੇ ਸੀਸ ਝੁਕਾਉਂਦੇ ਆ, ਦੇਵਤੇ ਵੀ ਆਪ ਜੀ ਦੀ ਸੋਭਾ ਗਾਉਂਦੇ ਆ। ਗਾਵਹਿ ਤੁਹਾਨੂੰ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਆਪ ਜੀ ਦੀ ਮਹਿਮਾ ਮਹਾਨ ਹੈ। ਤੁਮਰੀ ਮਹਿਮਾ ਅਪਰਿਅਪਾਰਾ, ਜਾ ਕਾ ਲਹਿਓ ਨਾ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਇਆਲ ਗਰੀਬ ਨਿਵਾਜਾ। ਦੀਨਾਂ ਤੇ ਦੁਖੀਆਂ ਤੇ ਗਰੀਬਾਂ ਤੇ ਆਪ ਦਇਆਲਤਾ ਕਰਨ ਵਾਲੇ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਐਸੀ ਆਪ ਜੀ ਦੀ ਸੋਭਾ ਸੁਣ ਕਰਕੇ ਤਨ ਅਤੇ ਮਨ ਖੇੜੇ ਦੇ ਸਹਿਤ ਹੋ ਗਿਆ ਹੈ, ਖੁਸ਼ੀਆਂ ਦੇ ਸਹਿਤ ਹੋ ਗਿਆ ਹੈ, ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਹੈ ਤਨ ਤੇ ਮਨ। ਆਪ ਜੀ ਦੀ ਮਹਾਨ ਸੋਭਾ, ਸਭ ਪਾਸੇ ਆਪ ਜੀ ਦੀ ਸੋਭਾ ਹੋ ਰਹੀ। ਆਪ ਪਤਿਤ ਪਾਵਨ ਹੋ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਆਪ ਭਗਤ ਵਸ਼ਲ ਹੋ, ਭਗਤੀ ਕਰਨ ਵਾਲਿਆਂ ਨਾਲ ਪ੍ਰੇਮ ਕਰਨ ਵਾਲੇ ਹੋ। ਦੀਨ ਦਇਆਲ ਹੋ, ਗਰੀਬ ਨਿਵਾਜ ਹੋ, ਗਰੀਬਾਂ ਨੂੰ ਨਿਵਾਜ ਦਿੰਦੇ ਹੋ, ਗਰੀਬਾਂ ਦੇ ਸਿਰ ਤੇ ਛਤਰ ਚਲਾ ਦਿੰਦੇ ਹੋ।
ऐसी आप जी की शोभा है। तुम हो सब राजन के राजा, आपे आप गरीब निवाजा। ऐसी आप जी की शोभा है। राजान राज, कानान भान, देवान देव, उपमा महान। महान ही उपमा है आप जी की। भगतां ने भी बेनतियां कीतियां आप जी अगे, ऐसी लाल तुझ बिन कौन करे, तेरे तो बिना ही प्यारिया। इस तरह की कृपा तो कोई दूजा कर ही नहीं सकता है। गरीब नवाज गुसैया मेरा, माथे छत्र धरै। आप गरीबां दे सिर ते छत्र चढ़ा देंदे हो। आप जी की बेअंती बेअंत शोभा है, बेअंती महिमा है। सब पासे आप जी की शोभा हो रही है। आप जी की सिफत का कोई अंत नहीं है। अंत ना सिफती कहण ना अंत, अंत ना करण देण ना अंत, अंत ना वेखण सुनन ना अंत, अंत ना जापै क्या मन मंत, अंत न जापै कीता आकार, अंत न जापै पारावार, अंत कारण केते बिल लाहे, ताकि अंत न पाए जाहे। एहो अंत न जाने कोय, बहुता कहिए बहुता होए। बहुता आप जी का जस करिए, बहुता आप जी का कथन करिए, बहुता आप जी नूं आखीए ते आप जी होर ओने बहुते हो। वड्डा साहिब ऊंचा थाओ, ऊंचे उपर ऊंचा नाओ। एवड ऊंचा होवै कोय, तिस ऊंचे कौ जानै सोए। एडा उच्चा कोई होवे तां आप जी नूं कोई जान सके, जिड्डे उच्चे आप। एवड ऊंचा होवै कोय, तिस ऊंचे कौ जानै सोए। जे वड्डे आप जाने आप आप, नानक नदरी करमी दात। जिड्डे वड्डे आप अपने आपे नूं आप ही जानदे, जां ओह जानदे हन जिन्हां नूं तुसीं जना दिंदे हो। अपने भगतां नूं, अपने सेवकां नूं, गुरमुखां नूं, संतां भगतां नूं। फिर वो आप जी की शोभा करते हुए ये गल कहते हैं, कबीर सात समुंद है मस करो, कलम करो बन राए। बसदा कागज जाओ करो, हर जस लिखण ना जाए। कि सारी धरती का कागज बना लईए, सारी बनस्पति दियां कलमां कढ़ लईए, सत्तां समुंदरां की शाही बना लईए। सारी बनस्पति दियां कलमां दे नाल धरती के कागज उत्ते सत्तां समुंदरां की शाही नाल प्रभु आप जी की शोभा लिखन लग पई। आप जी की शोभा, आप जी का जस लिखिया ही नहीं जा सकता। कबीर सात समुंद है मस करो, कलम करो बन राए। बसदा कागज जाओ करो, हर जस लिखण ना जाए। आप जी की शोभा एडी वड्डी है, जिन्हां नूं तुसीं अपनी शोभा जणाउंदे हो, वो फिर आप जी की शोभा बारे इस तरह कथन करते हैं कि आप महान शोभा के मालक हो। कि उस आप जी की शोभा नूं सुन करके मेरा तन ते मन खेड़े दे सहित हो गया। शोभा सुनी है धर्म ग्रंथां तो, सब वेद शास्त्र सिमरतियां जिन्ने भी धर्म ग्रंथ हैं वो सारे आप जी की शोभा का कथन कर रहे हैं, ते सारे बेअंत बेअंत ही कह रहे हैं। नेत नेत कथंत बेदा, ऊच मूच अपार गोबिंदा। सारे आप जी नूं उच्चा कह रहे, वड्डा कह रहे, पारावार तो रहत कह रहे, बेअंत बेअंत कह रहे। जिन्ने भी धर्म ग्रंथ हैं उन्हां तो आप जी की शोभा सुन करके मेरा तन मन खेड़े दे सहित हो रहा।
ਫਿਰ ਆਪ ਜੀ ਦੇ ਭਗਤ ਆਪ ਜੀ ਦੀ ਸ਼ੋਭਾ ਕਰ ਰਹੇ, ਆਪ ਜੀ ਦੇ ਸੰਤ ਗੁਰਮੁਖ ਗੁਰਸਿੱਖ ਆਪ ਜੀ ਦੀ ਸ਼ੋਭਾ ਕਰ ਰਹੇ, ਤੇ ਸਾਰੇ ਆਪ ਜੀ ਨੂੰ ਬੇਅੰਤ ਬੇਅੰਤ ਹੀ ਕਹਿ ਰਹੇ, ਆਪ ਜੀ ਕੀ ਮਹਾਨ ਸ਼ੋਭਾ ਹੈ। ਸੋਏ ਸੁਣੰਦਰੀ, ਉਸ ਸੋਏ ਨੂੰ ਸੁਣ ਕਰਕੇ, ਉਸ ਸ਼ੋਭਾ ਨੂੰ ਸੁਣ ਕਰਕੇ ਮੇਰਾ ਤਨ ਮਨ ਮੌਲਾ, ਮੇਰਾ ਤਨ ਤੇ ਮਨ ਖੇੜੇ ਦੇ ਸਹਿਤ ਹੋ ਗਿਆ, ਪ੍ਰਫੁੱਲਤ ਹੋ ਗਿਆ ਹੈ। ਨਾਮ ਜਪੰਦਰੀ ਲਾਈ। ਹੇ ਪ੍ਰਭੂ, ਜਦੋਂ ਮੈਂ ਆਪ ਜੀ ਦੇ ਨਾਮ ਨੂੰ ਜਪਦੀ ਹਾਂ, ਜੀਵ ਰੂਪ ਇਸਤਰੀ ਜਗਿਆਸੂ, ਜਗਿਆਸੂ ਰੂਪ ਕਾਮਣੀ ਇਸਤਰੀ ਆਪ ਜੀ ਦੇ ਨਾਮ ਨੂੰ ਜਪੰਦੜੀ ਜਪਦੀ ਹੋਈ ਲਾਲੀ, ਲਾਲੀ ਦੇ ਸਹਿਤ ਹੋ ਗਈ, ਲਾਲ ਰੰਗ ਲੱਗ ਗਿਆ, ਚਿਹਰਾ ਲਾਲ ਹੋ ਗਿਆ। ਆਪ ਜੀ ਦੇ ਨਾਮ ਨੂੰ ਜਪ ਕਰਕੇ ਨਾਮ ਦੀ ਲਾਲੀ ਦੇ ਸਹਿਤ ਹੋ ਗਈ। ਨਾਮ ਦੇ ਰੰਗ ਨੂੰ, ਪ੍ਰਭੂ ਦੇ ਪ੍ਰੇਮ ਰੰਗ ਨੂੰ ਲਾਲ ਰੰਗ ਦੇ ਨਾਲ ਜ਼ਿਕਰ ਕੀਤਾ ਹੈ ਤੇ ਆਖਿਆ ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਲੱਗਦਾ ਹੈ ਪ੍ਰਭੂ ਦਾ ਨਾਮ ਰੰਗ, ਨਾਮ ਦਾ ਪ੍ਰੇਮ, ਲਾਲ ਰੰਗ। ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ। ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ। ਮੈਲਾ ਕਦੇ ਨਾ ਹੋਵਈ, ਮੈਲਾ ਕਦੇ ਨਾ ਹੋਵਈ, ਮੈਲਾ ਕਦੇ ਨਾ ਹੋਵਈ, ਮੈਲਾ ਕਦੇ ਨਾ ਹੋਵਈ। ਨਹਿ ਲਾਗੈ ਦਾਗਾ, ਨਹਿ ਲਾਗੈ ਦਾਗਾ, ਨਹਿ ਲਾਗੈ ਦਾਗਾ, ਨਹਿ ਲਾਗੈ ਦਾਗਾ। ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ, ਲਾਲ ਰੰਗ ਤਿਸ ਕੋ ਲੱਗਾ। ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ, ਜਿਸ ਕੇ ਵੱਡ ਭਾਗਾ। ਮਹਾਰਾਜ ਕਹਿੰਦੇ ਨਾਮ ਦਾ ਰੰਗ ਜਿਹੜਾ ਹੈ ਨਾ, ਇਹ ਲਾਲੀ ਦੇ ਸਹਿਤ, ਇਹ ਲਾਲ ਰੰਗ ਹੈ, ਇਹ ਪ੍ਰੇਮ ਦਾ ਰੰਗ ਹੈ, ਤੇ ਜਿਨ੍ਹਾਂ ਦੇ ਵੱਡੇ ਭਾਗ ਉਹਨਾਂ ਨੂੰ ਇਹ ਰੰਗ ਲੱਗਦਾ ਹੈ, ਪ੍ਰਭੂ ਦੇ ਨਾਮ ਦਾ ਰੰਗ। ਤੇ ਜਿਸ ਨੂੰ ਲੱਗ ਜਾਂਦਾ ਹੈ ਨਾ, ਫਿਰ ਇਹ ਲੈਂਦਾ ਨਹੀਂ ਹੈ। ਲੱਗਦਾ ਵਡਭਾਗੀਆਂ ਨੂੰ ਆ, ਪਰ ਜਿਨ੍ਹਾਂ ਨੂੰ ਲੱਗ ਗਿਆ ਫਿਰ ਲੈਂਦਾ ਨਹੀਂ, ਕਿਉਂਕਿ ਕੱਚਾ ਰੰਗ ਨਹੀਂ ਹੈ। ਪਦਾਰਥਾਂ ਦਾ ਰੰਗ, ਮਾਇਆ ਦਾ ਰੰਗ ਕੱਚਾ ਰੰਗ ਹੈ। ਨਾਮ ਦਾ ਰੰਗ ਮਜੀਠੀ ਰੰਗ, ਪੱਕਾ ਰੰਗ ਹੈ। ਇਸ ਨੂੰ ਪੱਕਾ ਰੰਗ ਆਖਿਆ ਹੈ। ਮਾਇਆ ਦੇ ਰੰਗ ਨੂੰ ਕੱਚਾ ਰੰਗ ਆਖਿਆ ਹੈ। ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਕੱਚਾ ਰੰਗ ਕੁਸੁੰਭੀ ਰੰਗ ਹੈ, ਉਹ 4 ਕੁ ਦਿਨ ਵਾਲਾ ਰੰਗ ਹੈ। ਪਰ ਜੋ ਨਾਮ ਦਾ ਰੰਗ ਹੈ, ਮਜੀਠੀ ਰੰਗ ਹੈ, ਇਹ ਪੱਕਾ ਰੰਗ ਹੈ। ਇਸ ਨੂੰ ਆਖਿਆ ਇਹ ਤਾਂ ਬਸਤਰ ਭਾਵੇਂ ਪਾਟ ਜਾਵੇ ਪਰ ਰੰਗ ਨਹੀਂ ਲੈਂਦਾ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਪਰ ਇਸ ਭਾਗਿਆਂ ਨੂੰ ਲੱਗਦਾ, ਇਸ ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਨਾਮ ਰੰਗ ਪ੍ਰਾਪਤ ਹੁੰਦਾ। ਲਾਲ ਰੰਗ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪਰ ਕਿਹਨਾਂ ਨੂੰ ਲੱਗਾ? ਜਿਨ੍ਹਾਂ ਦਾ ਪੂਰਾ ਸਤਿਗੁਰੂ ਹੈ, ਉਹਨਾਂ ਨੂੰ ਇਹ ਨਾਮ ਦਾ ਰੰਗ ਲੱਗਾ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਜਪੰਦੜੀ ਲਾਲੀ। ਇਹ ਪ੍ਰਭੂ, ਜਦੋਂ ਆਪ ਜੀ ਨੂੰ ਨਾਮ, ਆਪ ਜੀ ਦੇ ਨਾਮ ਨੂੰ ਜਪਦੀ ਹਾਂ ਤਾਂ ਫਿਰ ਮੈਨੂੰ ਲਾਲੀ ਚੜ੍ਹ ਜਾਂਦੀ ਹੈ।
ਨਾਮ ਦਾ ਲਾਲ ਰੰਗ ਲੱਗ ਜਾਂਦਾ, ਤੇ ਲਾਲੀ ਨਾਮ ਦਾਸੀ ਦਾ ਵੀ ਹੁੰਦਾ। ਜਿਵੇਂ ਬਚਨ ਆਉਂਦਾ ਹੈ ਲਾਲਾ, ਲਾਲਾ ਗੋਲੇ ਨੂੰ ਕਹਿੰਦੇ, ਦਾਸ ਨੂੰ ਕਹਿੰਦੇ, ਗੁਲਾਮ ਨੂੰ ਕਹਿੰਦੇ, ਤੇ ਲਾਲੀ ਨਾਮ ਦਾਸੀ ਦਾ। ਨਾਮ ਜਪੰਦੜੀ ਲਾਲੀ, ਜਿੱਥੇ ਲਾਲੀ ਲਾਲ ਰੰਗ ਦੇ ਸਹਿਤ ਹੁੰਦੇ ਹਾਂ, ਉਥੇ ਇਹ ਪ੍ਰਭੂ ਨਾਮ ਜਪਦੀ ਹੋਈ ਲਾਲੀ ਆਪ ਜੀ ਦੀ ਦਾਸੀ ਬਣੀ। ਨਾਮ ਜਪਦੀ ਹੋਈ ਜੀਵ ਰੂਪ ਇਸਤਰੀ ਆਪ ਜੀ ਦੀ ਲਾਲੀ ਹਾਂ। ਇਹ ਮੇਰੀ ਸੁਰਤ ਆਪ ਜੀ ਦੀ ਦਾਸੀ ਹੈ। ਨਾਮ ਜਪੰਦੜੀ ਲਾਲੀ, ਨਾਮ ਨੂੰ ਜਪਦਿਆਂ ਹੋਇਆਂ ਆਪ ਜੀ ਦੇ ਭਗਤੀ ਦੇ ਲਾਲ ਰੰਗ ਦੇ ਸਹਿਤ ਹੋ ਗਈ ਹਾਂ। ਬੰਧ ਜਲੰਧਰੀ ਮੇਰਾ ਅੰਦਰ ਠੰਡਾ, ਬੰਧ ਨਾਮ ਹੈ ਰਸਤੇ ਦਾ, ਜੁਲੰਧੜੀ ਨਾਮ ਹੈ, ਜੁਲਣਾ ਨਾਮ ਹੈ ਤੁਰਨ ਦਾ। ਆਪ ਜੀ ਦੇ ਸਤ ਸੰਗਤ ਦੇ ਰਸਤੇ ਤੇ ਤੁਰਦਿਆਂ ਹੋਇਆਂ ਮੇਰਾ ਅੰਦਰ ਠੰਡਾ ਹੋ ਗਿਆ। ਪੰਧ ਜੁਲੰਧੜੀ, ਆਪ ਜੀ ਦੇ ਭਾਵ ਭਗਤੀ ਗਿਆਨ ਦੇ ਰਸਤੇ ਤੇ ਚਲਦਿਆਂ ਹੋਇਆਂ ਮੇਰੇ ਅੰਦਰ ਸ਼ਾਂਤੀ ਵਰਤੀ ਹੈ। ਮੇਰਾ ਅੰਦਰ ਵਿਕਾਰਾਂ ਦੀ ਤਪਸ਼ ਤੋਂ ਰਹਿਤ ਹੋ ਕਰਕੇ ਠੰਡਾ ਹੋ ਗਿਆ ਹੈ, ਸੀਤਲ ਹੋ ਗਿਆ ਹੈ, ਠਾਰ ਹੋ ਗਿਆ ਹੈ। ਕਿਉਂਕਿ ਅੰਦਰ ਦਾ ਠੰਡਾ ਹੋਣਾ ਇਹ ਗੁਰੂ ਕੀ ਕਿਰਪਾ ਹੈ। ਗੁਰੂ ਕੀ ਬਖਸ਼ਿਸ਼ ਦੇ ਨਾਲ ਹੀ ਅੰਦਰ ਠੰਡਾ ਹੋ ਸਕਦਾ ਹੈ। ਕਿਉਂਕਿ ਅੰਦਰ ਤਾਂ ਸੜਦਾ ਰਹਿੰਦਾ, ਅੰਦਰ ਤਾਂ ਤਪਦਾ ਰਹਿੰਦਾ, ਅੰਦਰ ਤਾਂ ਅੱਗ ਮੱਚਦੀ ਹੈ। ਅੱਗ ਵੀ ਇੱਕ ਨਹੀਂ, ਚੁੱਲ੍ਹੇ ਦੇ ਵਿੱਚ ਇੱਕ ਅੱਗ ਮੱਚਦੀ ਹੈ, ਇੱਕ ਅੱਗ ਬਲਦੀ ਹੈ ਤੇ ਉਹ ਪ੍ਰਸ਼ਾਦਾ ਪਕਾ ਦਿੰਦੀ ਹੈ। ਇੱਕੋ ਹੀ ਅੱਗ ਹੈ, ਤਵੇ ਨੂੰ ਲਾਲ ਕਰ ਦਿੰਦੀ, ਗਰਮ ਕਰ ਦਿੰਦੀ ਹੈ। ਪਰ ਮਹਾਰਾਜ ਕਹਿੰਦੇ ਅੰਦਰ ਤੇ ਕਈ ਅੱਗਾਂ ਮੱਚਦੀਆਂ, ਕੋਈ ਇੱਕ ਅੱਗ ਥੋੜ੍ਹਾ ਹੈ ਅੰਦਰ। ਕਾਮ ਦੀ ਅੱਗ ਅੰਦਰ ਬਲਦੀ ਪਈ ਹੈ, ਕ੍ਰੋਧ ਦੀ ਅੱਗ ਅੰਦਰ ਬਲਦੀ ਪਈ ਹੈ, ਲੋਭ ਦੀ ਅੱਗ ਅੰਦਰ ਬਲਦੀ ਪਈ ਹੈ, ਮੋਹ ਦੀ ਅੱਗ ਵੀ ਅੰਦਰ ਮੱਚਦੀ ਹੈ, ਹੰਕਾਰ ਦੀ ਅੱਗ ਵੀ ਅੰਦਰ ਬਲਦੀ ਹੈ। ਝੂਠ, ਨਿੰਦਿਆ, ਚੁਗਲੀ, ਈਰਖਾ, ਕਈ ਤਰ੍ਹਾਂ ਦੀਆਂ ਅੱਗਾਂ ਜਿਹੜੀਆਂ ਵਾ ਉਹ ਅੰਦਰ ਬਲਦੀਆਂ ਪਈਆਂ, ਤੇ ਉਹਨਾਂ ਨੇ ਅੰਦਰ ਨੂੰ ਤਾਂ ਤੰਦੂਰ ਦੀ ਤਰ੍ਹਾਂ ਲਾਲ ਕੀਤਾ ਹੋਇਆ, ਤਪਾ ਕੇ ਤੰਦੂਰ ਦੀ ਤਰ੍ਹਾਂ ਭਖਦਾ ਹੈ ਅੰਦਰ। ਭੱਠ ਨਗਰ ਸੇ ਗ੍ਰਾਮ, ਐਸੀ ਹਾਲਤ ਹੋ ਰਹੀ ਹੈ। ਜੋ ਬਚਨ ਆਪਾਂ ਪੜ੍ਹਦੇ ਹਾਂ 12 ਮਾਹਾਂ ਦੇ ਅੰਦਰ, ਕਿਰਤ ਕਰਮ ਕੇ ਵੀਛੁੜੇ, ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ, ਧੇਣ ਦੁੱਧੈ ਤੇ ਬਾਹਰੀ, ਕਿਤੈ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਇਹ ਜਿਨ੍ਹਾਂ ਘਰਾਂ ਦੇ ਵਿੱਚ ਉਹ ਹਰੀ ਕੰਤ ਪਤੀ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਮਹਾਰਾਜ ਕਹਿੰਦੇ ਵੀ ਉਹ ਭੱਠ ਨਗਰ। ਉਹ ਨਗਰ ਤਾਂ ਭੱਠ ਦੀ ਤਰ੍ਹਾਂ, ਜਿਵੇਂ ਭੱਠੀ ਮੱਚਦੀ ਹੈ, ਭੱਠ ਮੱਚਦਾ, ਇਸ ਤਰ੍ਹਾਂ ਦੇ ਨਗਰ ਹਨ। ਉਹ ਗ੍ਰਾਮ ਛੋਟੇ ਪਿੰਡ, ਨਗਰ ਵੱਡੇ ਪਿੰਡ। ਨਗਰ ਵੱਡੇ ਨੂੰ ਕਹਿ ਦਿੰਦੇ, ਗ੍ਰਾਮ ਛੋਟੇ ਨੂੰ ਕਹਿ ਦਿੰਦੇ। ਇੱਥੋਂ ਭਾਵ ਸਰੀਰਾਂ ਦਾ ਹੈ, ਹਿਰਦਿਆਂ ਦਾ ਹੈ। ਉਹ ਵੱਡੇ ਸਰੀਰ, ਉਹ ਛੋਟੇ ਸਰੀਰ, ਉਹ ਬਚਪਨ ਵਾਲੇ ਸਰੀਰ, ਜਵਾਨੀ ਵਾਲੇ ਸਰੀਰ, ਬਿਰਧ ਅਵਸਥਾ ਵਾਲੇ ਸਰੀਰ। ਜਿਤ ਘਰ ਹਰ ਕੰਤ ਨਾ ਪ੍ਰਗਟਾਈ, ਜਿਨ੍ਹਾਂ ਸਰੀਰਾਂ ਰੂਪੀ ਘਰਾਂ ਵਿੱਚ, ਜਿਨ੍ਹਾਂ ਹਿਰਦਿਆਂ ਰੂਪੀ ਘਰਾਂ ਵਿੱਚ ਹਰੀਪਤੀ ਪ੍ਰਗਟ ਨਹੀਂ ਹੋਇਆ, ਮਹਾਰਾਜ ਕਹਿੰਦੇ ਉਹ ਭੱਠ ਦੀ ਤਰ੍ਹਾਂ ਸੜਦੇ ਭੁੱਜਦੇ ਆ। ਜਿਵੇਂ ਭੱਠਾ ਬਲਦਾ ਹੈ, ਜਿਵੇਂ ਭੱਠੀ ਮੱਚਦੀ ਹੈ। ਭੱਠ ਨਗਰ ਸੇ ਗ੍ਰਾਮ,
कई तरह दीयां अग्गां अंदर बलदियां हन। अग अंदर मचदी है, इस करके वो बाहरले घरां विच भी अग बलदी है। फिर अंदरली अग जिहड़ी वो बाहर भी प्रगट हो जाती है। बाबा फरीद साहब जी कहिंदे कि मैं समझिया भी अग मेरे घरे ही लगी है, अग दे विच मैं ही सड़दा कि मेरे हिरदे च ही अग मचदी है इकल्ली, मैनू ही ये तपश ये सेक साड़ रहा है, दुखी कर रहा है, मैं ही दुखी हाँ। कहते जो उच्ची चढ़ के वेख्या ना, कोठे ते चढ़ के वेख्या ते चार छफेरे सारिया घरां विच ही अग मचदी वेखी। उच्चे चढ़न तो भाव जो नाम जप जप के सुरती उच्ची गई ना, संसार दे ये पदार्थां तो, संसार दे विकारां तो, औगुणां तो जो सुरती उपर गई, उपरले मंडल विच गए ते फिर वेख्या भी मेरे कल्ले दे अंदर ही नहीं अग मचदी, ये तो सारे संसार दे विच अग मची पई है, सारा संसार ही तपश दे सहित हो रहा। फरीदा मैं जानिया दुख मुझ को, दुख सबाया जग, ऊंचे चढ़ के देखिया तां घर घर इहा अग। प्रतख घरां दे विच, शरीरां रूपी हिरदियां रूपी घरां दे विच, घर घर दे विच ही अग मच रही है। हरेक शरीर दे अंदर ही अग मच रही है। ईरखा दी अग मच रही है, तृष्णा दी अग मच रही है, विकारां दी अग बलदी पई है। फिर अग्गां दा जिक्र करदियां महाराज ने बाणी च फरमाया, सतगुरु कहिंदे हंस हेत लोभ कोप चारे नदियां अग, चार नदियां वगदियां पईयां अग दियां। पवह दजह नानका तरीए करमी लग, जो इस अग विच पै जांदे वो दगद हो जांदे, सड़ जांदे। ते महाराज कहिंदे अंदर ही अग मचदी पई है, ते वो अंदर ही अग जिहड़ी है साड़ रही अंदर नूं। पर जिस वेले गुरु साहब जी दे रस्ते ते चले, जिहड़ा रस्ता सतगुरां ने दसिया भी भाई आ रस्ता है, ये अग बुझाउण वाला ते अंदर नूं ठंड देण वाला रस्ता। पंध जुलंदड़ी मेरा अंदर ठंडा। जदों गुरु साहब जी दे रस्ते ते चले ना, ते वो अग्गां वो तपश मिट गई ते अंदर ठंडा हो गया। सत संगत रूपी रस्ते ते जदों चले, सत संगत विच आके बैठे, पाव सुहावे जां तो धिर जुलदे, सीस सुहावा चरणी, मुख सुहावा जां तो जस गावे, जियो पया तो सरणी। जदों सत संगत विच आए, इस रस्ते ते तुरे, ते फिर मेरा अंदर ठंडा हो गया, अग्गां बुझ गईयां, अंदर शीतलता वरत गई। जो बाहरली ठंड भी अंदर ठंडा नहीं कर सकती। सर्दी दी रुत दी ठंड, एसी दी ठंड, वो भी बाहरों शरीर नूं तां ठंडा कर सकती है, पर हिरदे नूं शीतल नहीं कर सकती, हिरदे नूं ठंडा नहीं कर सकती। चंदन भी रगड़ करके मत्थे ते मलिया जाता है कि कुछ समय वास्ते गर्मी तो राहत मिले, ठंडा हो गए। पर महाराज कहते अंदर दी गर्मी तो चंदन भी नहीं दूर कर सकता। चंद्रमा नूं ठंडा मन्निया गया है। सतगुरु कहते पुन्निया दा चंद भी अंदर ठंड नहीं वरता सकता। चंदन चंद ना सर्द रुत, मूल ना मिटाई घाम, शीतल थीवै नानका जपंदड़ो हर नाम। जदों प्रभु का नाम जपीए, नाम ही तपश दे विच ठंड वरताउण वाला है। तपत माहे ठंड वरताई, अणद भया दुख नाठे भाई। जदों प्रभु दे दसे हुए रस्ते ते चले, जिहड़ा रस्ता गुरु साहब जी ने दसिया है, धर्म की किरत करो, वंड के छको, नाम जपो। जदों गुरु साहब जी दे दसे हुए रस्ते ते चले, इस पंध ते, इस पैंडे ते, इस राह ते चलदे होए
मेरे अंदर ठंड वरत गई, अंदर ठंडा हो गया। ਗੁਰ ਦਰਸ਼ਨ ਦੇਖ ਨਿਹਾਲੀ। ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਵੇਖ ਕਰਕੇ ਨਿਹਾਲ ਹੋ ਗਏ। ਹਾਲ ਨਾਮ ਹੈ ਦੁੱਖ ਦਾ, ਤੇ ਨਿਹਾਲੀ ਹਾਲ ਤੋਂ ਰਹਿਤ, ਦੁੱਖਾਂ ਤੋਂ ਰਹਿਤ ਹੋ ਗਏ। ਭਾਵ ਸੁਖ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ ਹੋ ਗਈ ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖ ਕਰਕੇ। ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖ ਕਰਕੇ ਜੀਵਨ ਪ੍ਰਾਪਤ ਹੋ ਗਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖਿਆ, ਉਹ ਸਮਾਂ ਸਫਲਾ ਹੋ ਗਿਆ। ਉਹ ਸਮੇਂ ਨੂੰ ਧਨ ਆਖਿਆ ਗਿਆ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਗੁਰ ਦਰਸ਼ਨ ਦੇਖ ਨਿਹਾਲੀ, ਗੁਰੂ ਕੇ ਦਰਸ਼ਨਾਂ ਨੂੰ ਵੇਖ ਕਰਕੇ ਨਿਹਾਲ ਹੋ ਗਏ, ਕਿਰਤਾਰਥ ਹੋ ਗਏ, ਸਫਲੀ ਹੋ ਗਏ। ਐਸੇ ਸਤਿਗੁਰਾਂ ਦੇ ਦਰਸ਼ਨਾਂ ਦੀ ਬਰਕਤ ਹੈ। ਅੰਦਰ ਠੰਡ ਵਰਤ ਗਏ, ਤਨ ਤੇ ਮਨ ਦੋਵੇਂ ਨਿਹਾਲ ਹੋ ਗਏ। ਅੰਦਰ ਸੱਚਾ ਨੇਹੋ, ਅੰਦਰ ਸੱਚਾ ਨੇਹੋ, ਅੰਦਰ ਸੱਚਾ ਨੇਹੋ, ਅੰਦਰ ਸੱਚਾ ਨੇਹੋ। ਲਾਇਆ ਪ੍ਰੀਤਮ ਆਪਣਾ, ਲਾਇਆ ਪ੍ਰੀਤਮ ਆਪਣਾ, ਲਾਇਆ ਪ੍ਰੀਤਮ ਆਪਣਾ, ਲਾਇਆ ਪ੍ਰੀਤਮ ਆਪਣਾ। ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾ ਸਾਹਮਣੇ, ਜਾ ਗੁਰ ਦੇਖਾ ਸਾਹਮਣੇ, ਜਾ ਗੁਰ ਦੇਖਾ ਸਾਹਮਣੇ, ਜਾ ਗੁਰ ਦੇਖਾ ਸਾਹਮਣੇ। ਗੁਰ ਦਰਸ਼ਨ ਦੇਖ ਨਿਹਾਲੀ, ਗੁਰੂ ਕੇ ਦਰਸ਼ਨਾਂ ਨੂੰ ਵੇਖ ਕਰਕੇ ਨਿਹਾਲ ਹੋ ਗਏ। ਧੰਨ ਧੰਨ ਬੇਬੇ ਨਾਨਕੀ ਜੀ। ਔਰ ਕੈਸਾ ਇਹ ਸ੍ਰਿਸ਼ਟੀ ਦਾ ਪਵਿੱਤਰ ਨਾਮ ਹੈ, ਧੰਨ ਧੰਨ ਬਾਬਾ ਨਾਨਕ ਜੀ ਤੇ ਧੰਨ ਧੰਨ ਬੇਬੇ ਨਾਨਕੀ। ਔਰ ਕੈਸਾ ਇਹ ਰਿਸ਼ਤਾ ਹੈ ਭੈਣ ਭਾਈ ਦਾ। ਬੇਬੇ ਜੀ ਕਹਿ ਕੇ ਮਹਾਰਾਜ ਬੁਲਾਇਆ ਕਰਦੇ, ਕਿਉਂਕਿ ਸਰੀਰ ਕਾਰਬਲਾ ਵਿੱਚ 5 ਸਾਲ ਵੱਡੇ ਸਨ ਬੇਬੇ ਜੀ। ਬੇਬੇ ਨਾਮ ਭੈਣ ਦਾ ਹੈ। ਭੈਣ ਜੀ ਕਹਿਣ ਦੀ ਥਾਂ ਤੇ ਮਹਾਰਾਜ ਬੇਬੇ ਜੀ ਕਹਿੰਦੇ ਸੀ, ਕਿਉਂਕਿ ਬੇਬੇ ਜੀ ਭੈਣ ਨੂੰ ਕਿਹਾ ਜਾਂਦਾ। 5 ਸਾਲ ਵੱਡੇ ਆ। ਰਾਏ ਬੁਲਾਰ ਨੇ ਰਿਸ਼ਤਾ ਕਰਵਾਇਆ ਸੀ ਮਹਾਰਾਜ ਦੇ ਪਿਤਾ ਜੀ ਨੂੰ ਬੇਨਤੀ ਕਰਕੇ, ਤੇ ਰਾਏ ਬੁਲਾਰ ਦਾ ਗੁਰੂ ਜੀ ਦੇ ਪਿਤਾ ਜੀ ਦੇ ਨਾਲ ਬਹੁਤ ਜ਼ਿਆਦਾ ਸਨੇਹ ਸੀ। ਤਲਵੰਡੀ ਮਹਿਰਾਏ ਬੁਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਤੇ ਭਾਈ ਜੈ ਰਾਮ ਜੀ ਇੱਥੇ ਸੁਲਤਾਨਪੁਰ ਲੋਧੀ ਵਿੱਚ ਰਹਿੰਦਿਆਂ ਹੋਇਆਂ ਇੱਥੋਂ ਦੇ ਹਾਕਮ ਦੌਲਤ ਖਾਨ ਲੋਧੀ ਦੇ ਪਾਸ ਸਰਕਾਰੀ ਨੌਕਰੀ ਕਰਿਆ ਕਰਦੇ ਸਨ। ਤੇ ਸਰਕਾਰੀ ਕੰਮਕਾਜ ਵਜੋਂ ਇਸ ਨਗਰੀ ਤੋਂ ਰਾਏ ਭੋਏ ਦੀ ਤਲਵੰਡੀ ਰਾਏ ਬੁਲਾਰ ਜੀ ਦੇ ਪਾਸ ਉਹਨਾਂ ਨੂੰ ਆਮ ਹੀ ਜਾਣਾ ਪੈਂਦਾ ਸੀ। ਰਾਏ ਬੁਲਾਰ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਸੀ, ਬੋਲ ਚਾਲ ਸੀ। ਇਸ ਕਰਕੇ ਰਾਏ ਬੁਲਾਰ ਨੇ ਵਿੱਚ ਵਿਚੋਲਾ ਪੈ ਕਰਕੇ ਬੇਬੇ ਨਾਨਕੀ ਜੀ ਦਾ ਰਿਸ਼ਤਾ ਭਾਈ ਜੈ ਰਾਮ ਜੀ ਦੇ ਨਾਲ ਕਰਾਇਆ। ਭਾਈ ਜੈ ਰਾਮ ਜੀ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਹੈ ਸਤਿਕਾਰਯੋਗ ਬਾਬਾ ਪਰਮਾਨੰਦ ਜੀ। ਬਾਬਾ ਪਰਮਾਨੰਦ ਜੀ ਦੇ ਸੁਪੁੱਤਰ ਭਾਈ ਜੈ ਰਾਮ ਜੀ।
ਤੇ ਜਿੱਥੇ ਮਹਿਤਾ ਕਲਿਆਣ ਚੰਦ ਜੀ ਦੇ ਨਾਲ ਬਹੁਤਾ ਪ੍ਰੇਮ ਹੈ ਰਾਏ ਬੁਲਾਰ ਜੀ ਦਾ, ਉੱਥੇ ਬੇਬੇ ਨਾਨਕੀ ਜੀ ਨੂੰ ਉਹ ਆਪਣੀ ਪੁੱਤਰੀ ਕਰਕੇ ਜਾਣਦੇ ਸਨ, ਆਪਣੀ ਧੀ ਸਮਝਦੇ ਸਨ। ਉਹਨਾਂ ਨੇ ਰਿਸ਼ਤਾ ਕਰਾਉਣਾ, ਬੇਬੇ ਨਾਨਕੀ ਜੀ ਨੇ ਇਸ ਧਰਤੀ ਤੇ ਆਉਣਾ ਸੁਲਤਾਨਪੁਰ ਲੋਧੀ ਵਿੱਚ। ਫਿਰ ਸਭ ਤੋਂ ਪਹਿਲੀ ਵਾਰੀ ਇੱਥੇ ਬਾਬਾ ਜੀ ਨੇ ਚਰਨ ਪਾਏ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਭੈਣ ਨਾਨਕੀ ਜੀ ਨੂੰ ਲੈਣ ਵਾਸਤੇ ਆਏ। ਮਾਤਾ ਪਿਤਾ ਜੀ ਦੇ ਕਹਿਣ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ, ਜੋ ਬਚਪਨ ਦੇ ਸਾਥੀ ਸਨ, ਮਹਾਰਾਜ ਦੇ ਮਿੱਤਰ ਭਾਈ ਬਾਲਾ ਜੀ, ਉਹਨਾਂ ਨੂੰ ਨਾਲ ਲੈ ਕੇ ਪਹਿਲੀ ਵਾਰੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਗਤ ਗੁਰੂ ਜੀ ਆਉਂਦੇ ਆ। ਇੱਕ ਰਾਤ ਇੱਥੇ ਰਹਿੰਦੇ ਆ ਤੇ ਅਗਲੇ ਦਿਨ ਬੇਬੇ ਜੀ ਨੂੰ ਨਾਲ ਲੈ ਕਰਕੇ ਵਾਪਸ ਜਾਂਦੇ ਰਾਏ ਭੋਏ ਦੀ ਤਲਵੰਡੀ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਜਦੋਂ ਇੱਥੇ ਰਹਿਣ ਲੱਗ ਪਏ, ਸਮੇਂ ਨਾਲ ਰਾਏ ਬੁਲਾਰ ਦੇ ਬੇਨਤੀ ਕਰਨ ਤੋਂ ਜਗਤ ਗੁਰੂ ਜੀ ਵੀ ਇੱਥੇ ਆ ਕੇ ਰਹਿੰਦੇ। ਜਿੱਥੇ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਪਛਾਣਿਆ, ਉੱਥੇ ਪਰਿਵਾਰ ਦੇ ਵਿੱਚੋਂ, ਘਰ ਦੇ ਮੈਂਬਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੇ ਗੁਰੂ ਜੀ ਨੂੰ ਪਛਾਣਿਆ। ਬੇਬੇ ਨਾਨਕੀ ਜੀ ਦਾ ਅਡੋਲ ਨਿਸ਼ਚਾ ਹੈ ਆਪ ਜੀ ਦੇ ਉੱਤੇ। ਇੱਥੇ ਰਹਿੰਦਿਆਂ ਜਦੋਂ ਮਹਾਰਾਜ ਸਾਹਿਬ ਜੀ ਸਭ ਦੀਆਂ ਝੋਲੀਆਂ ਭਰਦੇ ਮੋਦੀ ਖਾਨੇ ਦੀ ਕਾਰ ਕਰਦਿਆਂ ਹੋਇਆਂ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ। ਭਾਈਆ ਜੈ ਰਾਮ ਜੀ ਨੇ ਵੀ ਜਦੋਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਤੇ ਮਨ ਦੇ ਵਿੱਚ ਸ਼ੰਕਾ ਜਿਹਾ ਪੈਦਾ ਹੋ ਜਾਣਾ ਵੀ ਕਿਤੇ ਘਾਟਾ ਨਾ ਪੈ ਜਾਵੇ, ਤੇ ਬੇਬੇ ਜੀ ਨੇ ਕਹਿਣਾ ਵੀ ਸਾਰੇ ਸੰਸਾਰ ਵਿੱਚ ਜੋ ਮਾਇਆ ਵਰਤਦੀ ਹੈ ਉਹ ਇਹਨਾਂ ਦੀ ਵਰਤਦੀ ਹੈ, ਉਹ ਸ੍ਰੀ ਨਾਨਕ ਜੀ ਦੀ ਵਰਤਦੀ ਹੈ। ਸਾਰੇ ਪਾਸੇ ਮਾਇਆ, ਸਾਰੀ ਦੌਲਤ ਇਹਨਾਂ ਦੀ। ਤੇ ਜਿਸ ਵੇਲੇ ਇੱਥੋਂ ਉਦਾਸੀਆਂ ਮਹਾਰਾਜ ਸਾਹਿਬ ਜੀ ਨੇ ਆਰੰਭ ਕੀਤੀਆਂ ਸੰਸਾਰ ਨੂੰ ਠੰਡ ਦੇਣ ਵਾਸਤੇ, ਜਗਤ ਜਲੰਦੇ ਨੂੰ ਠਾਰਨ ਵਾਸਤੇ, ਸਭ ਦੇ ਅੰਦਰ ਸੀਤਲਤਾ ਵਰਤਾਉਣ ਵਾਸਤੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲੈਹੋ ਉਬਾਰ। ਤੇ ਬੇਬੇ ਨਾਨਕੀ ਜੀ ਨੂੰ ਮਿਲ ਕੇ ਮਹਾਰਾਜ ਸਾਹਿਬ ਜੀ ਪਰਿਵਾਰ ਨੂੰ ਮਿਲ ਕਰਕੇ ਇੱਥੋਂ ਤੁਰੇ। 28 ਸਾਲ ਦੀ ਸਰੀਰ ਕਾਲਬਲਾ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਾਬਾ ਜੀ ਨੇ ਚੌਹਾਂ ਚੱਕਾਂ ਨੂੰ ਉਤਾਰਨ ਵਾਸਤੇ, 9 ਖੰਡਾਂ ਦੀ ਸਾਰੀ ਪ੍ਰਿਥਵੀ ਨੂੰ ਨਿਹਾਲ ਕਰਨ ਵਾਸਤੇ ਇੱਥੋਂ ਆਰੰਭਤਾ ਕੀਤੀ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪਰ ਜਦੋਂ ਆਪ ਜੀ ਉਦਾਸੀ ਆਰੰਭ ਕਰਨ ਲੱਗੇ ਸੀ ਤੇ ਬੇਬੇ ਜੀ ਨੇ ਬੇਨਤੀ ਕੀਤੀ, ਭਾਈ ਜੀ ਫਿਰ ਕਦੋਂ ਦਰਸ਼ਨ ਦਿਓਗੇ? ਆਖਿਆ ਬੇਬੇ ਜੀ ਜਦੋਂ ਤੁਸੀਂ ਬੁਲਾਓਗੇ ਮੈਂ ਉਦੋਂ ਹੀ ਆ ਜਾਵਾਂਗਾ। ਗੱਲ ਦਰਸ਼ਨਾਂ ਦੀ, ਗੁਰ ਦਰਸ਼ਨ ਦੇਖ ਨਿਹਾਲੀ। ਗੁਰੂ ਕੇ ਦਰਸ਼ਨਾਂ ਨੂੰ ਵੇਖ ਕਰਕੇ ਮਾਰੇ ਕਹਿੰਦੇ ਨਿਹਾਲ ਹੋ ਗਈ। ਆਖਿਆ ਜਦੋਂ ਤੁਸੀਂ ਯਾਦ ਕਰੋਗੇ ਮੈਂ ਉਸੇ ਵੇਲੇ ਹਾਜ਼ਰ ਹੋ ਜਾਵਾਂਗਾ। ਤੇ ਸਤਿਗੁਰੂ ਜੀ ਮੱਕੇ ਸਨ ਤੇ ਬੇਬੇ ਜੀ ਨੇ ਪ੍ਰਸ਼ਾਦਾ ਪਕਾਉਂਦਿਆਂ ਯਾਦ ਕੀਤਾ ਇੱਥੇ ਆਪਣੇ ਘਰ ਦੇ ਵਿੱਚ, ਤਵੇ ਦੇ ਉੱਤੇ ਪ੍ਰਸ਼ਾਦਾ ਪਾਇਆ, ਪ੍ਰਸ਼ਾਦਾ ਪੱਕ ਰਿਹਾ ਤੇ ਖਿਆਲ ਕੀਤਾ ਵੀ ਹੁਣ ਮੇਰੇ ਵੀਰ ਜੀ ਆਉਣ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ। ਉਸੇ ਵੇਲੇ ਉੱਥੇ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਮਹਾਰਾਜ ਦੇ। ਜਗਤ ਗੁਰੂ ਜੀ ਕਹਿੰਦੇ ਭਾਈ ਮਰਦਾਨਿਆ ਬੇਬੇ ਜੀ ਯਾਦ ਕਰਦੇ, ਚਲੋ ਚੱਲੀਏ। ਮਹਾਰਾਜ ਆਪਾਂ ਤੇ ਬਹੁਤ ਦੂਰ ਆ। ਕਹਿਣ ਲੱਗੇ ਭਾਈ ਨੇਤਰ ਮੁੰਦੋ, ਨੇਤਰ ਮੀਟੋ ਤੇ ਕਹੋ ਸਤ ਕਰਤਾਰ, ਸਤ ਕਰਤਾਰ। ਨੇਤਰ ਮੀਟਿਆ ਤੇ ਰਸਨਾ ਤੋਂ ਬੋਲਿਆ ਸਤ ਕਰਤਾਰ। ਕਹਿੰਦੇ ਨੇਤਰ ਖੋਲੋ ਭਾਈ। ਜਦੋਂ ਖੋਲੇ ਆ ਤੇ ਬੇਬੇ ਜੀ ਦੇ ਵਿਹੜੇ ਦੇ ਵਿੱਚ ਖਲੋਤੇ, ਸਾਹਮਣੇ ਪ੍ਰਸ਼ਾਦਾ ਪਕਾ ਰਹੀ। ਹਲੇ ਪ੍ਰਸ਼ਾਦਾ ਉੱਤੇ ਤਵੇ ਦੇ ਪਾਇਆ ਸੀ, ਪ੍ਰਸ਼ਾਦਾ ਤਿਆਰ ਹੁੰਦਾ
ਇੰਨੇ ਚਿਰ ਨੂੰ ਬਾਬਾ ਜੀ ਇੱਕ ਛਿਣ ਦੇ ਵਿੱਚ ਵਿਹੜੇ ਵਿੱਚ ਵੀ ਆ ਗਏ। ਭੱਜ ਕੇ ਬੇਬੇ ਜੀ ਮਿਲੇ, ਦਰਸ਼ਨ ਕਰਕੇ ਨਿਹਾਲ ਹੋ ਗਏ। ਇਹਦਾ ਭਾਵ ਇਹ ਨਹੀਂ ਵੀ ਉਹ ਕਦੇ ਕਦਾਈ ਯਾਦ ਕਰਦੇ ਹੋਣਗੇ ਬੇਬੇ ਨਾਨਕੀ ਜੀ ਮਹਾਰਾਜ ਸਾਹਿਬ, ਜੋ ਗੁਰੂ ਸਾਹਿਬ ਨੇ ਉਹਨਾਂ ਨਾਲ ਬਚਨ ਕੀਤਾ, ਬੇਬੇ ਜੀ ਜਦੋਂ ਬੁਲਾਓਗੇ ਉਦੋਂ ਆ ਜਾਵਾਂ। ਯਾਦ ਤਾਂ ਉਹ ਰੋਜ਼ ਹੀ ਕਰਦੇ ਰਹਿੰਦੇ ਸਨ, ਪਰ ਜਿਸ ਵੇਲੇ ਇਸ ਭਾਵਨਾ ਨਾਲ ਉਹ ਖਿਆਲ ਕਰਦੇ ਸੀ ਨਾ ਵੀ ਅੱਜ ਵੀਰ ਜੀ ਆਉਣ ਤੇ ਦਰਸ਼ਨ ਦੇਣ, ਫਿਰ ਉਦੋਂ ਮਹਾਰਾਜ ਆ ਕੇ ਦਰਸ਼ਨ ਦਿੰਦੇ ਹੁੰਦੇ ਸੀ। ਉਂਝ ਤਾਂ ਰੋਜ਼ ਹੀ ਗੱਲਾਂ ਬਾਤਾਂ ਗੁਰੂ ਜੀ ਦੀਆਂ ਚੱਲਦੀਆਂ ਹੀ ਰਹਿੰਦੀਆਂ ਸੀ, ਮਹਾਰਾਜ ਨੂੰ ਚੇਤੇ ਤਾਂ ਰੋਜ਼ ਹੀ ਕਰਦੇ ਰਹਿੰਦੇ ਸੀ। ਉਹ ਯਾਦ ਕਰਨਾ ਹੋਰ ਹੈ ਤੇ ਕਿਸ ਭਾਵਨਾ ਨਾਲ ਵੀ ਅੱਜ ਆ ਕੇ ਦਰਸ਼ਨ ਹੀ ਦੇ ਦੇਣ। ਫਿਰ ਜਦੋਂ ਕਹਿੰਦੇ ਸੀ ਵੀ ਅੱਜ ਆ ਕੇ ਦਰਸ਼ਨ ਦੇਣ, ਫਿਰ ਮਹਾਰਾਜ ਦਰਸ਼ਨ ਦੇ ਕੇ ਨਿਹਾਲ ਕਰ ਦਿੰਦੇ ਸੀ। ਤਾਂ ਗੁਰੂ ਦਾ ਦਰਸ਼ਨ ਨਿਹਾਲ ਕਰਨ ਵਾਲਾ ਹੈ। ਦਸਾਂ ਹੀ ਸਰੂਪਾਂ ਦਾ ਦਰਸ਼ਨ ਭਾਵਨਾ ਵਾਲਿਆਂ ਨੇ ਦਰਸ਼ਨਾਂ ਦੀ ਜਿਨ੍ਹਾਂ ਨੇ ਇੱਛਾ ਰੱਖੀ, ਉਹਨਾਂ ਨੂੰ ਦਰਸ਼ਨ ਦੇ ਕੇ ਮਹਾਰਾਜ ਨੇ ਨਿਹਾਲ ਕਰ ਦਿੱਤਾ, ਆਪਣੇ ਦਰਸ਼ਨ ਬਖਸ਼ ਕਰਕੇ ਨਿਹਾਲ ਕਰ ਦਿੱਤਾ। ਮਾਈ ਭਾਗ ਭਰੀ ਕਸ਼ਮੀਰ ਵਿੱਚ ਰਹਿੰਦੀ ਹੈ, ਬਿਰਧ ਅਵਸਥਾ ਹੈ, 6ਵੇਂ ਪਾਤਸ਼ਾਹ ਦੀ ਮਹਿਮਾ ਸੁਣੀ ਹੈ। ਆਪਣੇ ਹੱਥੀਂ ਉਸਨੇ ਖੱਦਰ ਦਾ ਚੋਲਾ ਤਿਆਰ ਕੀਤਾ, ਤਿਆਰ ਕਰਕੇ ਰੱਖਿਆ ਹੈ ਆਪਣੇ ਘਰ ਵਿੱਚ। ਰੋਜ਼ ਨਮਸਕਾਰਾਂ ਕਰਦੀ, ਫੁੱਲ ਭੇਟ ਕਰਦੀ ਹੈ, ਸੁਗੰਧੀ ਛਿੜਕਦੀ, ਧੂਪ ਦਿਖਾਉਂਦੀ ਹੈ। ਕਹਿੰਦੀ ਹੈ ਵੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ ਤੇ ਇਹ ਚੋਲਾ ਮੈਂ ਉਹਨਾਂ ਨੂੰ ਭੇਟ ਕਰਨਾ। ਮਾਈ ਭਾਗ ਭਰੀ ਦਾ ਪੁੱਤਰ ਸੀ ਸੇਵਾਦਾਸ। ਨਗਰ ਦੇ ਲੋਕਾਂ ਨੇ ਕਹਿਣਾ ਕਿ ਸੇਵਾਦਾਸਾ ਤੇਰੀ ਮਾਤਾ ਬਜ਼ੁਰਗ ਹੋ ਗਈ, ਇਸ ਕਰਕੇ ਹੱਠ ਕਰੀ ਬੈਠੀ ਹੈ। ਦੱਸ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਕੀਮਤੀ ਤੋਂ ਕੀਮਤੀ ਵਸਤਰ ਪਹਿਨਣ ਵਾਲੇ, ਚੋਲੇ ਪਹਿਨਣ ਵਾਲੇ, ਉਹਨਾਂ ਨੇ ਤੇਰੀ ਮਾਤਾ ਦਾ ਖੱਦਰ ਦਾ ਚੋਲਾ ਆ ਕੇ ਪਾਉਣਾ। ਪੁੱਤਰ ਨੇ ਆ ਕੇ ਮਾਈ ਨੂੰ ਇਸੇ ਤਰ੍ਹਾਂ ਕਹਿਣਾ, ਤੇ ਮਾਈ ਨੇ ਕਹਿਣਾ ਪੁੱਤਰ ਤੈਨੂੰ ਕੀ ਪਤਾ ਹੈ ਤੇ ਲੋਕਾਂ ਨੂੰ ਕੀ ਪਤਾ ਹੈ। ਗੁਰੂ ਸਾਹਿਬ ਜੀ ਭਾਵਨਾ ਵੇਖਦੇ। ਸਮਾਂ ਆਇਆ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਵਿੱਚ ਗਏ, ਪਹਾੜੀਆਂ ਵਾਲਾ ਰਸਤਾ ਲੰਘ ਕੇ ਗਏ। ਮਾਈ ਭਾਗ ਭਰੀ ਦੇ ਘਰ ਵਿੱਚ ਜਾ ਕੇ ਆਪਣਾ ਘੋੜਾ ਖੜਾ ਕੀਤਾ, ਨਾਲ ਸਿੱਖ ਸੇਵਕ ਵੀ। ਸਾਹਮਣੇ ਭੱਜਾ ਆਇਆ ਸੇਵਾਦਾਸ, ਆ ਚਰਨਾਂ ਤੇ ਨਮਸਕਾਰ ਕੀਤੇ। ਮਹਾਰਾਜ ਸਾਹਿਬ ਕਹਿੰਦੇ ਮਾਤਾ ਕਿਤੇ? ਜਾ ਕੇ ਦੱਸਿਆ ਅੰਦਰ ਕਿ ਮਾਤਾ 6ਵੇਂ ਪਾਤਸ਼ਾਹ ਆ ਗਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਗਏ। ਚਾਅ ਚੜ ਗਿਆ, ਰੋਮ ਰੋਮ ਖਿੜ ਗਿਆ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਲਾਲੀ ਚੜ ਗਈ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਹੋ ਗਿਆ। ਗੁਰ ਦਰਸ਼ਨ ਦੇਖ ਨਿਹਾਲੀ, ਆ ਕੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਨਿਹਾਲ ਹੀ ਹੋ ਗਈ। ਘੋੜੇ ਤੇ ਸਵਾਰ ਚਰਨਾਂ ਤੇ ਆ ਕੇ ਸਿਰ ਰੱਖਿਆ, ਬੇਨਤੀ ਕੀਤੀ ਮਹਾਰਾਜ ਹੇਠਾਂ ਉਤਰੇ। ਸਤਿਗੁਰੂ ਕਹਿੰਦੇ ਲਿਆ ਮਾਤਾ, ਜਿਹੜਾ ਸਾਡੇ ਲਈ ਚੋਲਾ ਤਿਆਰ ਕੀਤਾ ਹੈ, ਸਾਡਾ ਬਸਤਰ ਲਿਆ ਕੇ ਦਿੱਤਾ। 6ਵੇਂ ਪਾਤਸ਼ਾਹ ਨੇ ਆਪ ਪਹਿਨਿਆ, ਖੱਦਰ ਦਾ ਚੋਲਾ ਲੈ ਕੇ ਪਹਿਨਿਆ, ਮਾਈ ਨੂੰ ਨਿਹਾਲ ਕਰ ਦਿੱਤਾ। ਐਸੀਆਂ ਬਖਸ਼ਿਸ਼ਾਂ ਵਰਤਾਈਆਂ, ਐਸੇ ਸਤਿਗੁਰੂ ਗਰੀਬ ਨਵਾਜ, ਜਿਨ੍ਹਾਂ ਨੇ ਵੀ ਮਹਾਰਾਜ ਸਾਹਿਬ ਜੀ ਨੂੰ ਭਾਵਨਾ ਦੇ ਨਾਲ ਯਾਦ ਕੀਤਾ ਜਾਂ ਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਕਰਕੇ ਦਰਸ਼ਨ ਕੀਤੇ, ਸਤਿਗੁਰੂ ਜੀ ਦਾ ਦਰਸ਼ਨ ਵੇਖ ਕਰਕੇ ਉਹ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ। ਕਿਉਂਕਿ ਗੁਰੂ ਦਾ ਦਰਸ਼ਨ ਸਾਰੀਆਂ ਦਾਤਾਂ ਦੇਣ ਵਾਲਾ ਹੈ। ਗੁਰੂ ਦਾ ਦਰਸ਼ਨ ਜਨਮ ਮਰਨ ਕੱਟ ਦੇਣ ਵਾਲਾ ਹੈ। ਤਾਂ ਹੀ ਸ੍ਰੀ ਮੁਖ ਵਾਕ ਤੋਂ ਪਹਿਲਾਂ ਇਹ ਪਵਿੱਤਰ ਪੰਕਤੀਆਂ ਭਾਵਨਾ ਨਾਲ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਜੋ ਟੱਲ ਭੱਟ ਜੀ ਨੇ ਉਚਾਰਨ ਕੀਤੀਆਂ। ਸੋ ਕਹੋ ਟੱਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਦਾ ਦਰਸ਼ਨ ਕਰਕੇ ਜਨਮ ਤੇ ਮਰਨ ਦਾ ਦੁੱਖ ਚਲੇ ਜਾਂਦਾ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ,
ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨੇ ਗੁਰੂ ਕਾ ਭਾਵਨਾ ਨਾਲ ਦਰਸ਼ਨ ਕਰ ਲਿਆ, ਗੁਰੂ ਜੀ ਦੇ ਬਚਨ ਸੁਣ ਲਏ ਸ਼ਰਧਾ ਨਾਲ, ਉਹ ਦੁਬਾਰਾ ਗਰਭ ਵਿੱਚ ਨਹੀਂ ਪੈਂਦਾ, ਉਹਦਾ ਜੰਮਣਾ ਮਰਨਾ ਕੱਟਿਆ ਜਾਂਦਾ, ਨਿਹਾਲ ਹੋ ਜਾਂਦਾ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅਗਲੇ ਸ਼ਲੋਕ ਵਿੱਚ ਹੋਰ ਬਖਸ਼ਿਸ਼ ਕਰਦੇ ਹਨ। ਹੱਠ ਮਝਾਰੂ ਮੈਂ ਮਾਨਕ ਲੱਦਾ। ਹੱਠ ਨਾਮ ਸਾਧ ਸੰਗਤ ਜੀ ਹਿਰਦੇ ਦਾ ਹੈ। ਆਮ ਆਪਣੀ ਬੋਲੀ ਦੇ ਵਿੱਚ ਤਾਂ ਹੱਠ ਕਰਨਾ ਹੋਰ ਕਹਿੰਦੇ ਆ ਨਾ, ਪਰ ਇਹ ਮੁਲਤਾਨੀ ਬੋਲੀ ਹੈ। ਇਹ ਲਹਿੰਦੇ ਇਲਾਕੇ ਦੇ ਵਿੱਚ, ਮੁਲਤਾਨ ਦੇ ਇਲਾਕੇ ਦੇ ਵਿੱਚ, ਜਿਵੇਂ ਮਹਾਰਾਜ ਨੇ ਦੱਖਣੀ ਉਚਾਰਨ ਕੀਤੇ ਹਨ, ਦੱਖਣਿਆਂ ਦੇ ਵਿੱਚ ਵੀ ਐਸੇ ਬਚਨ ਆਉਂਦੇ, ਤਾਂ ਇੱਥੇ ਹੱਠ ਦਾ ਅਰਥ ਹੈ ਹਿਰਦਾ, ਮੰਝਾਹੂ ਦਾ ਅਰਥ ਹੈ ਵਿੱਚ, ਮਝਾਰ ਹਿਰਦੇ ਦੇ ਵਿੱਚ। ਹੱਠ ਮੰਝਾਹੂ ਹਿਰਦੇ ਦੇ ਅੰਦਰ ਮੈਂ ਮਾਣਕ ਲੱਦਾ, ਮੈਂ ਮਾਣਕ ਲੱਭ ਲਿਆ। ਅਨੇਕ ਪ੍ਰਕਾਰ ਦੇ ਜਿਹੜੇ ਰਤਨ ਹਨ, ਜਵਾਹਰਾਤ ਹਨ, ਉਹਨਾਂ ਵਿੱਚੋਂ ਚਿੱਟੇ ਰੰਗ ਦੇ ਰਤਨ ਨੂੰ ਮਾਣਕ ਕਿਹਾ ਜਾਂਦਾ ਹੈ। ਪਰ ਇੱਥੇ ਮਾਣਕ ਪਰਮੇਸ਼ਰ ਨੂੰ ਕਹਿ ਰਹੇ ਹੈ। ਇੱਥੇ ਇਹ ਸ਼ਬਦ ਤਾਂ ਮਾਣਕ ਵਰਤ ਰਹੇ ਆ ਗੁਰੂ ਸਾਹਿਬ ਜੀ, ਪਰ ਮਾਣਕ ਦਾ ਅਰਥ ਇੱਥੇ ਪ੍ਰਮਾਤਮਾ ਹੈ। ਮਹਾਰਾਜ ਕਹਿੰਦੇ ਹੱਠ ਮੰਝਾਹੂ ਮੈਂ ਮਾਣਕ ਲੱਧਾ, ਹਿਰਦੇ ਦੇ ਵਿੱਚ ਮੈਂ ਪਰਮਾਤਮਾ ਰੂਪੀ ਮਾਣਕ, ਅਮੋਲਕ ਰਤਨ, ਅਮੋਲਕ ਜੋ ਮਾਣਕ ਹੈ ਉਹ ਪ੍ਰਭੂ ਲੱਭ ਲਿਆ। ਲੱਧਾ ਨਾਮ ਲੱਭਣ ਦਾ। ਜਿਵੇਂ ਮੱਖਣ ਸ਼ਾਹ ਲਬਾਣੇ ਸਿੱਖ ਨੇ, ਜਿਸ ਦੇ ਜਹਾਜ਼ ਨੂੰ ਮਹਾਰਾਜ ਸਾਹਿਬ ਜੀ ਨੇ ਮੋਢਾ ਲਾ ਕੇ ਸਮੁੰਦਰ ਤੋਂ ਬੰਨੇ ਕੀਤਾ ਸੀ, ਉਸਨੇ ਸ੍ਰੀ ਬਾਬਾ ਬਕਾਲਾ ਸਾਹਿਬ ਆ ਕਰਕੇ 22 ਮੰਜੀਆਂ ਲੱਗੀਆਂ ਸੀ, ਉਹਨਾਂ ਦੀ ਪਰਖ ਕੀਤੀ ਸੀ। ਫਿਰ ਨਾਵੇਂ ਪਾਤਸ਼ਾਹ ਜੀ ਦੇ ਬਾਰੇ ਜਦੋਂ ਪਤਾ ਲੱਗਾ, ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਕੀਤਾ। ਕੋਠੇ ਤੇ ਚੜ੍ਹ ਕੇ ਚਾਦਰ ਫੇਰ ਫੇਰ ਕੇ ਆਖਿਆ ਸੀ, ਗੁਰ ਲਾਧੋ ਰੇ, ਗੁਰ ਲਾਧੋ ਰੇ। ਇਹ ਭਾਈ ਸਾਹਿਬ ਜੀ ਟਾਂਡੇ ਪਿੰਡ ਦੇ ਰਹਿਣ ਵਾਲੇ ਸਨ, ਜੇਲਮ ਦੇ ਇਲਾਕੇ ਦੇ ਵਿੱਚੋਂ। ਭਾਈ ਮੱਖਣ ਸ਼ਾਹ ਜੀ ਲੁਬਾਣਾ ਸਿੱਖ, ਤੇ ਉਹਨਾਂ ਦੀ ਬੋਲੀ ਸੀ ਉਧਰਲੀ। ਆਮ ਆਪਾਂ ਇੱਧਰ ਲੱਭਣਾ ਕਹਿੰਦੇ ਆ, ਲੱਭਾ ਕਹਿੰਦੇ ਆ, ਤੇ ਉਧਰ ਉਹ ਲੱਧਾ ਕਹਿੰਦੇ ਆ। ਲੱਧਾ, ਲੱਧਾ ਨਾਮ ਲੱਭਣ ਦਾ, ਲੱਭਾ। ਉਹਨਾਂ ਆਖਿਆ ਗੁਰ ਲਾਧੋ ਰੇ, ਗੁਰ ਲਾਧੋ ਰੇ। ਭੁੱਲ ਗਏ ਸੰਗਤੇ, ਪੂਰਾ ਗੁਰੂ ਲੱਭ ਗਿਆ ਹੈ, ਇੱਧਰ ਆਓ। ਉਹ ਦਿਹਾੜਾ ਵੀ ਜੋ ਸ੍ਰੀ ਬਾਬਾ ਬਕਾਲਾ ਸਾਹਿਬ ਪੂਰਨਮਾਸ਼ੀ ਦਾ ਦਿਹਾੜਾ ਗੁਰੂ ਕੀਆਂ ਸੰਗਤਾਂ ਭਾਵਨਾ ਨਾਲ ਮਨਾਉਂਦੀਆਂ। ਸ੍ਰੀ ਬਾਬਾ ਬਕਾਲਾ ਸਾਹਿਬ ਦਾ ਜੋੜ ਮੇਲਾ ਆਉਣ ਵਾਲਾ ਹੈ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹੱਠ ਮੰਝਾਹੂ ਮੈਂ ਮਾਣਕ ਲੱਧਾ, ਹਿਰਦੇ ਦੇ ਵਿੱਚ ਮੈਂ ਮਾਣਕ ਸਰੂਪ, ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਹਿਰਦੇ ਚੋਂ ਲੱਭਾ, ਅੰਦਰੋਂ ਲੱਭਿਆ। ਸਤਿਗੁਰੂ ਦੱਸ ਰਹੇ ਆ ਕਿ ਭਾਈ ਗੁਰਸਿੱਖੋ, ਜਗਿਆਸੂਓ, ਉਹ ਪ੍ਰਭੂ ਨੇ ਹਿਰਦੇ ਚੋਂ ਲੱਭਣਾ ਹੈ। ਜਦੋਂ ਵੀ ਲੱਭਾ ਗੁਰੂ ਕੇ ਸ਼ਬਦ ਨਾਲ ਜੁੜ ਕੇ, ਗੁਰੂ ਕੀ ਸਿੱਖੀ ਨਾਲ ਜੁੜ ਕਰਕੇ, ਦਸਮ ਪਾਤਸ਼ਾਹ ਨੇ ਜਿਵੇਂ ਆਖਿਆ, ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ। ਸ਼ਬਦ ਨਾਲ ਜੁੜ ਕਰਕੇ ਤੇ ਖੋਜ ਆਪਣੇ ਆਪ ਦੀ ਕਰਨੀ ਪੈਣੀ। ਅਸਲ ਵਿੱਚ ਗਵਾਚਾ ਪਰਮੇਸ਼ਰ ਨਹੀਂ ਹੈ, ਗਵਾਚਾ ਬੰਦਾ ਹੈ। ਇਹ ਜੀਵ ਗਵਾਚਾ ਹੈ, ਉਹ ਤਾਂ ਲੱਭੇ ਹੀ ਆ, ਉਹ ਤੇ ਅੰਦਰ ਹੈਗਾ ਹੀ, ਬੈਠਾ ਹੀ ਆ। ਭੁਲਾਇਆ ਤਾਂ ਇਹਨੇ ਆ, ਰੱਬ ਨੂੰ ਤਾਂ ਗਵਾਇਆ ਜਾ ਹੀ ਨਹੀਂ ਸਕਦਾ। ਜਿਹੜਾ ਘਟ ਘਟ ਵਿੱਚ ਵਸਿਆ ਹੈ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ, ਉਹ ਕਿਵੇਂ ਗਵਾਚ ਸਕਦਾ ਹੈ? ਜਿਹੜਾ ਜਰੇ ਜਰੇ ਵਿੱਚ, ਕਣ ਕਣ ਵਿੱਚ ਵਿਆਪਕ ਹੋ ਰਿਹਾ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਹੈ ਅੰਦਰ ਹੀ, ਪਰ ਅੰਦਰ ਹੁੰਦਾ ਵੀ ਉਹ ਲੱਭ ਨਹੀਂ ਰਿਹਾ ਹੈ। ਪਰਦੇ ਪੈ ਗਏ ਉੱਤੇ, ਅਗਿਆਨ ਦਾ ਪਰਦਾ ਪੈ ਗਿਆ, ਹਉਮੈ ਦਾ ਪਰਦਾ ਪੈ ਗਿਆ।
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਹਿਰਦੇ ਚੋਂ ਲੱਭਿਆ ਹੈ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣਾ ਅਨੁਭਵ ਦੱਸਿਆ। ਉਹ ਕਹਿੰਦੇ ਜੰਗਲ ਵਿੱਚ ਕਾਹਤੋਂ ਕੰਡੇ ਮਿੱਧਦੇ ਫਿਰਨਾ, ਪ੍ਰਭੂ ਜਦੋਂ ਮਿਲਿਆ ਏ ਹਿਰਦੇ ਚੋਂ ਹੀ ਮਿਲਿਆ ਹੈ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਮਹਾਰਾਜ ਕਹਿੰਦੇ ਹਿਰਦੇ ਵਿੱਚੋਂ ਪ੍ਰਭੂ ਲੱਭਾ ਹੈ। ਮੁੱਲ ਨਾ ਕਿੱਤਾ ਮੈਂ ਤੂੰ ਸਤਿਗੁਰ ਦਿੱਤਾ। ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਕਿਵੇਂ ਪ੍ਰਾਪਤ ਕੀਤਾ ਉਸ ਨੂੰ, ਤੇ ਸਤਿਗੁਰੂ ਕਹਿੰਦੇ ਮੁੱਲ ਨਾ ਕਿੱਦਾਂ, ਮੁੱਲ ਨਹੀਂ ਲਿਆ, ਉਹ ਮੁੱਲ ਨਹੀਂ ਮਿਲਦਾ। ਜੇ ਤੇ ਮੁੱਲ ਮਿਲਦਾ ਹੋਵੇ ਤੇ ਫਿਰ ਅਮੀਰ ਉਹਨੂੰ ਖਰੀਦ ਲੈਣ। ਫਿਰ ਜਿਨ੍ਹਾਂ ਕੋਲੇ ਰੁਪਈਏ ਜ਼ਿਆਦੇ ਆ, ਸੋਨਾ ਚਾਂਦੀ ਜ਼ਿਆਦਾ ਵਾ, ਉਹ ਫਿਰ ਪੈਸੇ ਦੇ ਕੇ ਲੈ ਲੈਣ, ਪਰ ਉਹ ਮੁੱਲ ਨਹੀਂ ਮਿਲਦਾ। ਉਹ ਤਾਂ ਮਨ ਵੇਚਣਾ ਪੈਂਦਾ, ਮਨ ਭੇਟ ਕਰਨਾ ਪੈਂਦਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮੁੱਲ ਨਾ ਕਿੱਦਾਂ, ਮੁੱਲ ਨਹੀਂ ਮਿਲਦਾ ਹੈ, ਮੁੱਲ ਨਹੀਂ ਲਿਆ ਹੈ। ਫਿਰ ਮਹਾਰਾਜ ਕਿਵੇਂ ਲਿਆ? ਕਹਿੰਦੇ ਮੈਂ ਕੋ ਸਤਿਗੁਰ ਦਿੱਤਾ। ਮੈਂ ਕੋ ਤੋਂ ਭਾਵ ਹੈ ਮੈਨੂੰ, ਮੇਰੇ ਤਾਂ ਹੀ ਸਤਿਗੁਰੂ ਜੀ ਨੇ ਦਿੱਤਾ ਹੈ। ਸਤਿਗੁਰੂ ਜੀ ਨੇ ਪ੍ਰਭੂ ਦੀ ਪ੍ਰਾਪਤੀ ਕਰਵਾਈ ਹੈ। ਸਤਿਗੁਰੂ ਜੀ ਉਹ ਮਾਨਕ ਸਰੂਪ ਪਰਮੇਸ਼ਰ ਦੇਣ ਵਾਲੇ ਆ। ਸਤਿਗੁਰਾਂ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸਤਿਗੁਰੂ ਵਾਲੇ ਬਣ ਕੇ ਸਤਿਗੁਰੂ ਹੀ ਬਖਸ਼ਿਸ਼ ਕਰਦੇ ਆ। ਮੈਨੂੰ ਤਾਂ ਸਤਿਗੁਰੂ ਜੀ ਨੇ ਦਿੱਤਾ, ਮੁੱਲ ਨਹੀਂ ਲਿਆ ਜਾਂਦਾ ਹੈ, ਕਿਉਂਕਿ ਉਹ ਬੇਕੀਮਤੀ ਹੈ। ਸਾਈਂ ਨਾ, ਉਹਦਾ ਤੇ ਨਾਮ ਹੀ ਅਮੋਲਕ ਵਾ, ਉਹ ਆਪ ਤਾਂ ਅਮੋਲਕ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਉਹਦੀ ਕੀਮਤ ਹੀ ਨਹੀਂ ਕੋਈ ਜਾਣ ਸਕਦਾ, ਕੋਈ ਕੀਮਤ ਤਾਰ ਹੀ ਨਹੀਂ ਸਕਦਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਲ ਲਾਏ। ਲੋਕ ਵਿਰਲਾਪ ਕਰ ਰਹੇ ਆ, ਮੁੱਲ ਨਹੀਂ ਪ੍ਰਾਪਤ ਹੁੰਦਾ। ਫਿਰ ਮਾਰੇ ਕਿਵੇਂ ਮਿਲਦਾ? ਤੇ ਕਹਿੰਦੇ ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਆ, ਵਿੱਚ ਉਹ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰਿ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਭਾਗਾਂ ਨਾਲ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ। ਮੈਨੂੰ ਤਾਂ ਸਤਿਗੁਰੂ ਜੀ ਨੇ ਦਿੱਤਾ ਹੈ। ਢੂੰਡ ਵਜਾਈ ਕੀਆ ਕੀਤਾ। ਪਹਿਲਾਂ ਜਿਹੜੀ ਢੂੰਡ ਕਰਨੀ ਸੀ ਨਾ, ਮਨਿਆਈ, ਉਹਨੂੰ ਹੁਣ ਉਹ ਚਲੇ ਗਈ ਹੈ। ਭਾਵ ਢੂੰਡਣਾ ਖਤਮ ਹੋ ਗਿਆ। ਢੂੰਡ ਨੂੰ ਨਿਵਰਤ ਕਰ ਦਿੱਤਾ ਹੈ, ਤਿਆਗ ਦਿੱਤਾ ਹੈ ਢੂੰਡਣਾ ਲੱਭਣਾ। ਥੀਆ ਥਿੱਤਾ, ਕਿਉਂਕਿ ਹੁਣ ਪ੍ਰਾਪਤ ਹੋ ਗਿਆ ਹੈ ਨਾ, ਪ੍ਰਭੂ ਦੀ ਪ੍ਰਾਪਤੀ ਹੋ ਗਈ। ਇਸ ਕਰਕੇ ਥੀਆ ਤੋਂ ਭਾਵ ਹੋ ਗਿਆ ਹੈ, ਤੇ ਥਿੱਤਾ ਤੋਂ ਭਾਵ ਹੈ ਸਥਿਤ। ਹੁਣ ਸਾਡਾ ਮਨ ਟਿਕਾ ਦੇ ਸਹਿਤ ਹੋ ਗਿਆ। ਹੁਣ ਸਾਡਾ ਮਨ ਡੋਲਦਾ ਨਹੀਂ, ਇਹ ਮਨ ਪ੍ਰਭੂ ਦੇ ਵਿੱਚ ਜੁੜ ਗਿਆ ਹੈ। ਜਨਮ ਪਦਾਰਥ ਨਾਨਕ ਜਿੱਤਾ। ਤੇ ਜਨਮ ਪਦਾਰਥ ਨੂੰ ਮਹਾਰਾਜ ਕਹਿੰਦੇ ਜਿੱਤਾ, ਜਿੱਤ ਲਿਆ ਹੈ। ਜਨਮ ਵੀ ਇੱਕ ਅਮੋਲਕ ਪਦਾਰਥ ਹੈ। ਜਿਹੜੇ ਪਦਾਰਥ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਗਿਣੇ ਨਾ, ਇੱਕ ਪ੍ਰੇਮ ਪਦਾਰਥ ਗਿਣਿਆ ਸਾਧ ਸੰਗਤ ਜੀ। ਪ੍ਰੇਮ ਵੀ ਪਦਾਰਥ ਹੈ, ਵੀ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਪ੍ਰਭੂ ਦਾ ਪ੍ਰੇਮ। ਫਿਰ ਮਹਾਰਾਜ ਨੇ ਆਖਿਆ ਨਾਮ ਪਦਾਰਥ। ਪ੍ਰੇਮ ਪਦਾਰਥ ਮਿਲੇ, ਫਿਰ ਨਾਮ ਪਦਾਰਥ ਮਿਲਦਾ। ਨਾਮ ਪਦਾਰਥ ਵੀ ਅਮੋਲਕ ਪਦਾਰਥ ਹੈ, ਗੁਰੂ ਸਾਹਿਬ ਜੀ ਦਿੰਦੇ ਆ, ਜਿਸ ਦੇ ਉੱਤੇ ਬਖਸ਼ਿਸ਼ ਕਰਦੇ ਆ। ਫਿਰ ਨਾਮ ਪਦਾਰਥ ਮਿਲੇ, ਫਿਰ ਮਿਲਦਾ ਗਿਆਨ ਪਦਾਰਥ। ਗਿਆਨ ਵੀ ਪਦਾਰਥ ਹੈ। ਗਿਆਨ ਪਦਾਰਥ ਮਿਲੇ, ਫਿਰ ਮਿਲਦਾ ਹੈ ਮੁਕਤ ਪਦਾਰਥ। ਬੰਧਨ ਕੱਟੇ ਜਾਣੇ, ਉਸਤਤੀ ਨਿੰਦਿਆ ਕੱਟੀ ਜਾਣੀ, ਹਰ ਇੱਕ ਸੋਗ ਤੋਂ ਨਿਵਰਤ ਹੋ ਜਾਣਾ। ਤੋ ਮੁਕਤ ਪਦਾਰਥ, ਮੁਕਤੀ ਦੇਣੀ। ਤੇ ਇਹ ਜਨਮ ਨੂੰ ਵੀ ਪਦਾਰਥ ਆਖਿਆ, ਜਿਹੜਾ ਮਨੁੱਖਾ ਜਨਮ, ਇਹ ਵੀ ਅਮੋਲਕ ਪਦਾਰਥ ਹੈ। ਮਹਾਰਾਜ ਕਹਿੰਦੇ ਜਨਮ ਪਦਾਰਥ ਨਾਨਕ ਜਿੱਤਾ। ਜੋ ਜਨਮ ਪਦਾਰਥ ਮਿਲਿਆ ਸੀ ਨਾ, ਇਹ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਭੂ ਦੀ ਪ੍ਰਾਪਤੀ ਕਰਕੇ ਜਿੱਤ ਲਿਆ ਹੈ। ਪੌੜੀ ਦੇ ਵਿੱਚ ਹੋਰ ਖੁਲਾਸਾ ਕਰਦੇ ਪੰਜਵੇਂ ਪਾਤਸ਼ਾਹ, ਸ਼ਲੋਕਾਂ ਦੇ ਹੀ ਭਾਵ ਨੂੰ ਹੋਰ ਮਹਾਰਾਜ ਖੋਲਦੇ ਹਨ। ਜਿਸ ਕੈ ਮਸਤਕ ਕਰਮ ਹੋਏ। ਮਹਾਰਾਜ ਕਹਿੰਦੇ ਜਿਸ ਦੇ ਭਾਈ ਮੱਥੇ ਦੇ ਸ੍ਰੇਸ਼ਟ ਕਰਮ ਹੋਣ, ਸ੍ਰੇਸ਼ਟ ਭਾਗ ਹੋਣ, ਸੋ ਸੇਵਾ ਲਾਗਾ। ਉਹ ਜੀਵ ਗੁਰੂ ਕੀ ਸੇਵਾ ਵਿੱਚ ਲੱਗਾ। ਭਾਗਾਂ ਵਾਲੇ ਗੁਰੂ ਕੀ ਸੇਵਾ ਕਰਦੇ, ਭਾਗਾਂ ਵਾਲੇ ਗੁਰੂ ਕੀ ਸੰਗਤ ਵਿੱਚ ਲੱਗਦੇ, ਗੁਰੂ ਕੀ ਸੇਵਾ ਵਿੱਚ ਲੱਗਦੇ ਆ। ਜਿਹਦੇ ਮੱਥੇ ਦੇ ਸ੍ਰੇਸ਼ਟ ਭਾਗ, ਉਹ ਗੁਰੂ ਕੀ ਸੇਵਾ ਵਿੱਚ ਲੱਗਾ ਹੈ। ਜਿਸ ਗੁਰ ਮੇਲ ਕਮਲ ਪ੍ਰਗਾਸਿਆ। ਜਿਸ ਨੂੰ ਗੁਰੂ ਸਾਹਿਬ ਜੀ ਦਾ ਮਿਲਾਪ ਹੋ ਗਿਆ ਨਾ, ਜਿਸ ਨੂੰ ਪੂਰੇ ਗੁਰੂ ਜੀ ਮਿਲ ਗਏ,
ਉਹਦਾ ਫਿਰ ਹਿਰਦੇ ਦਾ ਕਮਲ ਫੁੱਲ ਜਿਹੜਾ ਉਹ ਖੇੜੇ ਦੇ ਸਹਿਤ ਹੋ ਗਿਆ, ਪ੍ਰਗਾਸਿਆ ਗਿਆ, ਪ੍ਰਕਾਸ਼ ਗਿਆ, ਖੇੜੇ ਦੇ ਸਹਿਤ ਹੋ ਗਿਆ। ਸੋ ਅਨ ਦਿਨ ਜਾਗਾ ਐਸਾ ਗੁਰਸਿੱਖ ਫਿਰ ਦਿਨੇ ਰਾਤ ਗਿਆਨ ਜਾਗਰਤ ਵਿੱਚ ਜਾਗਦਾ। ਉਹਦੀ ਅਗਿਆਨ ਦੀ, ਅਵਿਦਿਆ ਦੀ, ਬੇਸਮਝੀ ਦੀ ਨੀਂਦ ਦੂਰ ਹੋ ਗਈ ਤੇ ਗਿਆਨ ਦੇ ਵਿੱਚ ਉਹ ਜਾਗਦਾ ਹੈ। ਲੱਗਾ ਰੰਗ ਚਰਨਾਰ ਬਿੰਦ ਐਸੇ ਗੁਰਮੁਖ ਨੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਰੰਗ ਲੱਗ ਗਿਆ। ਰੰਗ ਕਹਿੰਦੇ ਪ੍ਰੇਮ, ਪ੍ਰੇਮ ਰੂਪੀ ਰੰਗ ਲੱਗ ਗਿਆ। ਸਾਧੂ ਬ੍ਰਹਮ ਭਉ ਭਾਗਾ ਸਾਰੇ ਭਰਮ ਭੁਲੇਖੇ ਤੇ ਸਭ ਪ੍ਰਕਾਰ ਦਾ ਡਰ ਜਿਹੜਾ ਉਹਦਾ ਭੱਜ ਗਿਆ, ਭਾਵ ਦੂਰ ਹੋ ਗਿਆ। ਆਤਮ ਜਿੰਦਾ ਗੁਰਮਤਿ ਜਿਸ ਨੇ ਗੁਰੂ ਦੀ ਮੱਤ ਲੈ ਲਈ ਨਾ, ਉਹ ਗੁਰੂ ਕੀ ਮੱਤ ਲੈਣ ਵਾਲੇ ਨੇ ਮਨ ਨੂੰ ਜਿੱਤ ਲਿਆ। ਇੱਥੇ ਆਤਮ ਦਾ ਅਰਥ ਹੈ ਮਨ, ਮਨ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ, ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਆਗੰਜਤ ਭਾਗਾ ਜੋ ਕੱਟਣ ਤੋਂ ਰਹਿਤ ਹੈ, ਜੋ ਗੰਜਿਆ ਨਹੀਂ ਜਾਂਦਾ, ਕੱਟਿਆ ਨਹੀਂ ਜਾਂਦਾ, ਉਸ ਪ੍ਰਭੂ ਨੂੰ ਪਾਗਾ ਪਾ ਲਿਆ ਇਸੇ ਗੁਰਮੁਖ ਨੇ। ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਤਦਾਕਾਰ ਹੋ ਗਿਆ, ਲੀਨ ਹੋ ਗਿਆ। ਜਿਸੈ ਧਿਆਇਆ ਪਾਰ ਬ੍ਰਹਮ ਜਿਸ ਜੀਵ ਨੇ ਭਾਈ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਕੀਤਾ, ਵਾਹਿਗੁਰੂ ਨੂੰ ਧਿਆਇਆ ਹੈ, ਸੋ ਕਲ ਮਹਿ ਤਾਗਾ ਉਹ ਇਸ ਕਲਯੁਗ ਦੇ ਸਮੇਂ ਦੇ ਵਿੱਚ ਤਾਗਾ ਤਤ ਗਿਆਨ ਵਾਲਾ ਹੈ। ਉਹ ਅਸਲ ਸਿਧਾਂਤ ਨੂੰ ਪ੍ਰਾਪਤ ਕਰਨ ਵਾਲਾ ਹੈ, ਜਿਸ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਇਆ ਹੈ। ਸਾਧੂ ਸੰਗਤ ਨਿਰਮਲਾ ਜਿਸ ਨੇ ਫਿਰ ਸਾਧੂ ਦੀ ਸੰਗਤ ਕੀਤੀ ਹੈ, ਸਤਿਗੁਰਾਂ ਦੀ ਸੰਗਤ ਕੀਤੀ ਤੇ ਸਤਿਗੁਰੂ ਦੇ ਪਿਆਰੇ ਗੁਰਸਿੱਖਾਂ ਸਾਧੂਆਂ ਦੀ ਸੰਗਤ ਕੀਤੀ, ਉਹਦਾ ਹਿਰਦਾ ਪਵਿੱਤਰ ਹੋ ਗਿਆ, ਉਹਦਾ ਜੀਵਨ ਮੈਲ ਤੋਂ ਰਹਿਤ ਸੁੱਧ ਨਿਰਮਲ ਹੋ ਗਿਆ। ਆਠ ਸਠ ਮਜ ਨਾਗਾ ਉਹ ਇੰਨਾ ਨਿਰਮਲ ਹੋ ਗਿਆ, ਜਾਣੋ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਉਸ ਨੂੰ 68 ਤੀਰਥਾਂ ਦਾ ਮਜਨਾਗਾ, ਮੱਜਨ ਇਸ਼ਨਾਨ ਦਾ ਫਲ ਪ੍ਰਾਪਤ ਹੋ ਗਿਆ। ਮੱਜਨ ਉਂਝ ਕਹਿੰਦੇ ਪੁਰਬ ਦੇ ਇਸ਼ਨਾਨ ਨੂੰ, ਜਿਵੇਂ ਮਾਘੀ ਤੇ ਇਸ਼ਨਾਨ ਕੀਤਾ ਜਾਂਦਾ, ਕਿਸੇ ਵਿਸ਼ੇਸ਼ ਪੁਰਬ ਤੇ ਜਿਹੜਾ ਇਸ਼ਨਾਨ ਕੀਤਾ ਜਾਵੇ ਉਹਨੂੰ ਮੱਜਨ ਕਹਿੰਦੇ, ਤੇ ਉਂਝ ਸਧਾਰਨ ਨੂੰ ਵੀ ਮੱਜਨ ਕਿਹਾ ਜਾਂਦਾ ਇਸ਼ਨਾਨ ਨੂੰ। 68 ਤੀਰਥਾਂ ਦੇ ਉਸ ਨੇ ਜਾਣੋ ਕਿ ਇਸ਼ਨਾਨ ਕਰ ਲਏ, ਭਾਵ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਗਿਆ। ਜਿਸ ਨੇ ਸਾਧੂ ਦੀ ਸੰਗਤ ਕੀਤੀ, ਉਹ ਅੰਦਰੋਂ ਬਾਹਰੋਂ ਪਵਿੱਤਰ ਹੋ ਗਿਆ। ਜਿਸ ਪ੍ਰਭ ਮਿਲਿਆ ਆਪਣਾ ਇਹ ਭਾਈ ਜਿਸ ਨੂੰ ਆਪਣਾ ਪ੍ਰਭੂ ਮਿਲ ਗਿਆ, ਸੋ ਪੁਰਖ ਸੁਭਾਗਾ ਉਹ ਪੁਰਖ ਵੱਡਿਆਂ ਭਾਗਾਂ ਵਾਲਾ ਹੈ, ਸ੍ਰੇਸ਼ਟ ਭਾਗਾਂ ਵਾਲਾ ਹੈ। ਮਾਰੇ ਕਹਿੰਦੇ ਜਿਸ ਨੂੰ ਮਨੁੱਖਾ ਜਨਮ ਵਿੱਚ ਆਪਣਾ ਵਾਹਿਗੁਰੂ ਮਿਲ ਗਿਆ। ਨਾਨਕ ਤਿਸ ਬਲਹਾਰਣ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐਸੇ ਜੀਵ ਤੋਂ, ਐਸੇ ਗੁਰਮੁਖ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜਿਸ ਏਵਡ ਭਾਗਾ ਜਿਸ ਦੇ ਏਡੇ ਵੱਡੇ ਭਾਗ, ਜੋ ਏਡੇ ਵੱਡੇ ਭਾਗਾਂ ਵਾਲਾ ਹੈ, ਜਿਸ ਨੇ ਗੁਰੂ ਦੀ ਮੱਤ ਲਈ ਹੈ, ਪ੍ਰਭੂ ਦਾ ਸਿਮਰਨ ਕੀਤਾ ਹੈ, ਪ੍ਰਭੂ ਦੀ ਪ੍ਰਾਪਤੀ ਕੀਤੀ ਹੈ, ਏਡੇ ਵੱਡਿਆਂ ਭਾਗਾਂ ਵਾਲੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿਨਾ ਕੈ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾ ਕੈ ਹਉ ਸਦ ਕੁਰਬਾਨੇ ਜਾਓ। 17ਵੀਂ ਪੌੜੀ ਰਾਮ ਕਲੀ ਰਾਗ ਦੀ ਦੂਸਰੀ ਵਾਰ ਦੀ ਸ਼ਲੋਕਾਂ ਦੇ ਸਹਿਤ ਅੱਜ ਦਾ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ। ਜਿਸ ਏਵਡ ਭਾਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।